ਵਾਹਿਗੁਰੂ ਸਾਹਿਬ ਜੀਓ। ਜੇ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਗਰੀਬ ਨਿਵਾਜ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਐਤਵਾਰ ਦੀ ਦੁਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਆਪ ਸੰਗਤ ਭਰ ਕੇ ਸਤਿਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਜਿਵੇਂ ਕਿ ਅੱਜ ਦਾ ਇਹ ਸਮਾਗਮ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ। ਆਰੰਭਤਾ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਬਾਣੀ ਦਾ ਭੋਗ ਪਾਇਆ ਗਿਆ ਹੈ, ਜੋ ਭਾਈ ਸੰਸਾਰ ਸਿੰਘ, ਬੀਬੀ ਰਣਜੀਤ ਕੌਰ ਸਮੁੱਚੇ ਪਰਿਵਾਰ ਵੱਲੋਂ ਸਵਰਗਵਾਸੀ ਬਾਪੂ ਗੁਰਚਰਨ ਸਿੰਘ ਅਤੇ ਮਾਤਾ ਦੀ ਸਾਲਾਨਾ ਯਾਦ ਵਿੱਚ ਪਰਿਵਾਰ ਵੱਲੋਂ ਇਹ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਈ। ਸੋ ਆਓ, ਜਿੰਨਾ ਸਮਾਂ ਬਖਸ਼ਿਸ਼ ਹੋਏ, ਭਾਈ ਮਨੀ ਸਿੰਘ ਦੀ ਇਸ ਸ਼ਹੀਦੀ ਦਾ ਜੋ ਇਤਿਹਾਸ ਹੈ, ਉਸ ਇਤਿਹਾਸ ਦੀ ਲੜੀ ਦੇ ਨਾਲ ਆਪਣੇ ਮਨ ਨੂੰ ਜੋੜੀਏ। ਸਭ ਤੋਂ ਪਹਿਲਾਂ ਦੋਏ ਕਰ ਜੋਰ ਸਾਰੇ ਮਿਲ ਕੇ ਗੁਰੂ ਫਤਿਹ ਦੀ ਪਾਈਏ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸ਼ਹੀਦਾਂ ਦਾ ਇਤਿਹਾਸ ਅਸੀਂ ਪੜ੍ਹਦੇ ਤੇ ਸੁਣਨੇ ਆ, ਬਹੁਤ ਇੱਕ ਵਿਲੱਖਣਤਾ ਸਾਡੇ ਇਸ ਧਰਮ ਦੇ ਅੰਦਰ ਇਹਨਾਂ ਸ਼ਹੀਦਾਂ ਦੀ ਰਹੀ ਹੈ। ਆਪਣੇ ਪਰਿਵਾਰ ਦੀ ਪਰਵਾਹ ਨਹੀਂ, ਆਪਣੇ ਤਨ ਦੀ ਪਰਵਾਹ ਨਹੀਂ, ਕੇਵਲ ਗੁਰੂ ਦੇ ਸਿਧਾਂਤ ਤੋਂ ਆਪਣੇ ਆਪ ਨੂੰ ਪਿਛਾ ਨਹੀਂ ਹਟਾਣਾ, ਗੁਰੂ ਦੀ ਸਿੱਖੀ ਨਹੀਂ ਤਿਆਗਣੀ, ਆਪਣੇ ਧਰਮ ਦੇ ਅੰਦਰ ਪਰਪੱਕ ਰਹਿਣੇ, ਭਾਵੇਂ ਸਭ ਕੁਝ ਕੁਰਬਾਨ ਹੋ ਜਾਏ। ਉਹ ਰਸ ਸਿੱਖੀ ਦੇ ਅੰਦਰੋਂ ਜੋ ਉਹਨਾਂ ਨੂੰ ਮਿਲਿਆ ਤੇ ਪ੍ਰਾਪਤ ਹੋਇਆ, ਉਸ ਰਸ ਨੂੰ ਆਪਣੇ ਅੰਦਰੋਂ ਉਹ ਤਿਆਗਣਾ ਤੇ ਦੂਰ ਨਹੀਂ ਕਰਨਾ ਚਾਹੁੰਦੇ। ਇਸੇ ਕਰਕੇ ਭਾਈ ਗੁਰਦਾਸ ਨੇ ਆਪਣੀ ਰਚਨਾ ਦੇ ਅੰਦਰ ਇਸ ਸਿੱਖੀ ਦੇ ਸਿਧਾਂਤ ਦੀ ਜਦੋਂ ਗੱਲ ਕੀਤੀ, ਗੁਰ ਸਿੱਖੀ ਬਰੀਕ ਹੈ ਸਿਲ ਚਟਣ ਫਿੱਕੀ। ਉਹ ਕਹਿੰਦੇ ਨੇ ਇਹ ਗੁਰੂ ਦੀ ਧਾਰਨ ਕੀਤੀ ਹੋਈ ਸਿੱਖੀ ਬਹੁਤ ਬਰੀਕ ਹੈ। ਇਹਦਾ ਰਸ ਸਿੱਖੀ ਵਾਲੇ ਪਾਸੇ ਤੁਰਨ ਲੱਗਿਆ ਇਸ ਤਰ੍ਹਾਂ ਜਿਵੇਂ ਸਲੂਣੀ ਸਿਲ ਨੂੰ ਕੋਈ ਚੱਟੇ ਤੇ ਉਹਦਾ ਰਸ ਚੱਟਣ ਵਾਲੇ ਨੂੰ ਕੀ ਆਏਗਾ। ਜਦੋਂ ਬੰਦਾ ਤੁਰਦਾ ਹੈ, ਕਿਉਂਕਿ ਅੰਮ੍ਰਿਤ ਵੇਲੇ ਦੀ ਨੀਂਦ ਨੂੰ ਤਿਆਗਣਾ ਕੋਈ ਸੌਖੀ ਖੇਡ ਹੈ। ਸੰਸਾਰ ਦੇ ਰਸ ਤਿਆਗਦੇ ਨੇ ਇਸ ਜ਼ਬਾਨ ਵੱਲੋਂ ਕੋਈ ਸੌਖੀ ਖੇਡ ਹਰੇਕ ਪਾਸੋਂ ਆਪਣੇ ਆਪ ਨੂੰ ਧਰਮੀ ਬਣਾ ਲੈਣਾ,
ਤੇ ਲੋਕ ਬਹੁਤ ਕੁਝ ਕਹਿੰਦੇ ਨੇ ਤੇ ਸਭ ਦੀਆਂ ਗੱਲਾਂ ਸੁਣੀ ਜਾਣੀਆਂ। ਉਸ ਮਾਰਗ ਉੱਤੇ ਤੁਰਨਾ ਭਾਈ ਗੁਰਦਾਸ ਜੀ ਕਹਿੰਦੇ ਕੋਈ ਸੌਖੀ ਖੇਡ ਨਹੀਂ। ਇਹ ਬਰੀਕ ਹੈ, ਇਹ ਸਲੂਣੀ ਸਿਲ ਚੱਟਣ ਦੀ ਨਿਆਈ ਹੈ। ਗੁਰਸਿੱਖੀ ਬਰੀਕ ਹੈ ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਧਾਰ ਹੈ ਉਹ ਵਾਲੋ ਨਿੱਕੀ। ਭੂਤ ਭਵਿੱਖ ਨਾ ਵਰਤਮਾਨ ਸਰ ਮਿਕਨ ਮਿੱਕੀ। ਲੰਘੇ ਹੋਏ ਸਮੇਂ ਨੂੰ ਵਾਚ ਲਈਏ, ਚੱਲਦੇ ਹੋਏ ਸਮੇਂ ਨੂੰ ਵੇਖੀਏ ਤੇ ਆਉਣ ਵਾਲੇ ਸਮੇਂ ਨੂੰ ਵਾਚੀਏ। ਇਹ ਸਿੱਖੀ ਦੇ ਤੁਲ, ਸਿੱਖੀ ਦੇ ਬਰਾਬਰ ਕੋਈ ਵੀ ਇਹੋ ਜਿਹਾ ਨਾ ਰਾਸ ਕਿਤੇ ਆਇਆ ਤੇ ਨਾ ਇਹ ਸਿੱਖੀ ਦੇ ਬਰਾਬਰ ਦੂਜੀ ਕੋਈ ਚੀਜ਼ ਨਜ਼ਰ ਆਈਏ। ਇਹ ਕੇਵਲ ਆਪਣੇ ਇਹਨਾਂ ਤਿੰਨਾਂ ਕਾਲਾਂ ਦੇ ਅੰਦਰ ਆਪਣੇ ਰਸ ਨੂੰ ਹੀ ਇਹ ਸਮਾ ਕੇ ਬੈਠੀ ਹੈ। ਭੂਤ ਭਵਿੱਖ ਨਾ ਵਰਤਮਾਨ ਸਰ ਮਿਕਣ ਮਿਕੀ। ਦੁਤੀਆ ਨਾਸਤ ਏਤ ਘਰ ਹੋਏ ਇੱਕਾ ਇੱਕੀ। ਦੁਆ ਤੀਆ ਵਿਸਰੈ ਸਨ ਕੱਕਾ ਕੱਕੀ। ਸਭੇ ਸਿੱਖਾਂ ਪਰ ਹਰੈ ਸੁਖ ਇਕਤ ਮਿਕੀ। ਆਪਣੇ ਅੰਦਰੋਂ ਹਰੇਕ ਉਤਾਰ ਚੜਾ ਕੀ ਮਿਲੇਗਾ, ਕੀ ਪ੍ਰਾਪਤ ਹੋਏਗਾ, ਕੀ ਬਣੇਗਾ, ਮੈਨੂੰ ਇਹਦੇ ਵਿੱਚੋਂ ਕੀ ਲਾਭ ਹੋਏਗਾ। ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਇਹ ਸਿੱਖੀ ਦੇ ਮਾਰਗ ਤੇ ਤੁਰਨ ਵਾਲਾ ਇਹ ਸਿੱਖੀ ਦੇ ਰਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਾਣਦਾ ਹੈ। ਕਿਉਂਕਿ ਜਦੋਂ ਇਹਨਾਂ ਸਿੱਖਾਂ ਦੀ ਕੁਰਬਾਨੀ ਦੀ ਅਸੀਂ ਗੱਲ ਕਰਨੇ ਆ, 4 ਕੁ 17 ਦਾਸ ਨੇ ਉਹਨਾਂ ਦੇ ਪ੍ਰਥਾਏ ਲਿਖੀਆਂ, ਕਿਤੇ ਇਹ ਸਿੱਖੀ ਦੀ ਪਰਖ ਹੋਈ ਆਰਿਆਂ ਦੇ ਦੰਦਿਆਂ ਤੇ, ਕਿਤੇ ਚਰਖੜੀ ਤੇ ਸਿੱਖੀ ਨੂੰ ਪਰਖਿਆ ਗਿਆ, ਕਿਤੇ ਦੇਗ ਵਿੱਚ ਉਬਾਲ ਖਾਧਾ ਸਿੱਖੀ, ਕਿਤੇ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ, ਕਿਤੇ ਨੇਜਿਆਂ ਤੇ ਟੰਗ ਪਰਖ ਕੀਤੀ ਇਹਦੀ, ਕਿਤੇ ਖੋਪੜ ਸਿੱਖੀ ਦਾ ਉਤਾਰਿਆ ਗਿਆ, ਬੰਦ ਕਟਾ ਕੇ ਵੀ ਹਾਰੀ ਨਾ ਇਹ ਸਿੱਖੀ, ਕਿਤੇ ਜੰਡ ਨਾਲ ਬੰਨ ਕੇ ਸਾੜਿਆ ਗਿਆ। ਸਿੱਖੀ ਤੇ ਸਿੱਖੀ ਕਦੇ ਟਿਕਦੀ ਨਾ ਅਜੈਬ ਸਿੰਘਾ। ਇਹ ਸੁਨੇਹਾ ਗੁਰੂ ਵੱਲੋਂ ਸਭ ਨੂੰ ਪੁਕਾਰਿਆ ਗਿਆ। ਜਿਨ੍ਹਾਂ ਨੇ ਇਹ ਸਿੱਖੀ ਦੇ ਰਸ ਨੂੰ ਮੰਨੇ ਉਹਨਾਂ ਨੇ ਜੰਡ ਨਾਲ ਬੰਨ ਕੇ ਆਪਣੇ ਆਪ ਨੂੰ ਛਡਾ ਲਿਆ। ਚਰਖੜੀਆਂ ਤੇ ਉਹ ਚੜ ਗਏ, ਆਰਿਆਂ ਦੇ ਨਾਲ ਉਹ ਚੀਰੇ ਗਏ, ਖੋਪੜ ਉਹਨਾਂ ਦੇ ਲੈ ਗਏ, ਨੇਜਿਆਂ ਦੇ ਉੱਤੇ ਉਹ ਟੰਗੇ ਗਏ। ਤੇ ਭਾਈ ਮਨੀ ਸਿੰਘ ਬੰਦ ਕਟਾ ਕੇ ਆਪਣੀ ਜ਼ਿੰਦਗੀ ਵਿੱਚੋਂ ਇਹ ਸਿੱਖੀ ਨੂੰ ਛੱਡਣਾ ਤੇ ਤਿਆਗਣਾ ਨਹੀਂ ਚਾਹੁੰਦੇ। ਕਿਉਂਕਿ ਭਾਈ ਮਨੀ ਸਿੰਘ ਜੀ ਦਾ ਉਹ ਪਰਿਵਾਰ ਹੈ ਜਿਸ ਪਰਿਵਾਰ ਦੇ 30 ਮੈਂਬਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸ਼ਹੀਦੀ ਨੂੰ ਪ੍ਰਾਪਤ ਕਰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਦੇ ਦਾਦਾ ਬੱਲੂ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸੈਨਾ ਦੇ ਅੰਦਰ ਬਹੁਤ ਵੱਡੇ ਇਹ ਜਰਨੈਲ ਰਹੇ ਨੇ। ਜਦੋਂ ਅੰਮ੍ਰਿਤਸਰ ਦੀ ਪਹਿਲੀ ਜੰਗ ਹੋਈ ਏ, ਉਸ ਜੰਗ ਦੇ ਅੰਦਰ ਇਹ ਬੱਲੂ ਰਾਏ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਭਾਈ ਮਨੀ ਸਿੰਘ ਜੀ ਦੇ ਇਹ ਦਾਦਾ ਜੀ ਨੇ ਤੇ ਭਾਈ ਮਨੀ ਸਿੰਘ ਜੀ 12 ਭਰਾ ਨੇ। ਕਿਉਂ? ਇਸ ਦੇ ਪਿਤਾ ਉਹਨਾਂ ਦੀਆਂ 2 ਸ਼ਾਦੀਆਂ, ਇੱਕ ਘਰ ਵਾਲੀ ਦੇ ਕੁੱਖ ਤੋਂ 7 ਭਰਾ, ਜਿਨ੍ਹਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ। ਭਾਈ ਦਿਆਲਾ ਜੀ ਦਿੱਲੀ ਦੀ ਧਰਤੀ ਤੇ ਦੇਗ ਦੇ ਅੰਦਰ ਉਬਲੇ ਗਏ। ਭਾਈ ਮਨੀ ਸਿੰਘ ਜੀ ਦੇ ਇਹ ਭਰਾ ਨੇ। ਦੂਜੀ ਸ਼ਾਦੀ ਦੇ ਵਿੱਚੋਂ 5 ਭਰਾ। ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਜੀ ਦਾ ਪੁੱਤਰ ਹੈ। ਜਦੋਂ ਇਸ ਘਰ ਦੇ ਅੰਦਰ ਇਸ ਪਰਿਵਾਰ ਦੀ ਸ਼ਹੀਦੀ ਹੋਈ, 12 ਪੁੱਤਰ ਨਾ 12 ਭਰਾ ਤੇ 12 ਭਰਾਵਾਂ ਦੇ ਵਿੱਚੋਂ 7 ਭਰਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸ਼ਹੀਦੀ ਹਾਸਲ ਕਰਦੇ ਨੇ। 10 ਪੁੱਤਰਾਂ ਵਿੱਚੋਂ ਨਾ 12 ਭਰਾ ਵਿੱਚੋਂ 12 ਭਰਾ ਸ਼ਹੀਦ ਨੇ। 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਨੇ। 10 ਪੋਤਰਿਆਂ ਵਿੱਚੋਂ 10 ਪੋਤਰੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਸ਼ਹੀਦ ਨੇ। ਇਹਨਾਂ ਸਾਰੇ ਪਰਿਵਾਰਾਂ ਦੀ ਜਦੋਂ ਗਿਣਤੀ ਕਰਨੀ ਹੈ ਤੇ 30 ਮੈਂਬਰ ਬਣਦੇ ਨੇ। ਇਸ ਘਰ ਦੇ ਅੰਦਰ ਸ਼ਹਾਦਤ ਦਾ ਉਹਨਾਂ ਨੇ ਜਾਮ ਪੀਤਾ। ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਦੇ ਪਿਤਾ ਆਪਣੇ ਪੁੱਤਰ ਮਣੀ ਰਾਮ ਨੂੰ, ਕਿਉਂਕਿ ਮਣੀ ਸਿੰਘ ਉਦੋਂ ਬਣਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰ ਕਮਲਾਂ ਤੋਂ ਅੰਮ੍ਰਿਤ ਦੇ ਬਾਟੇ ਦੀ ਦਾਤ ਲੈਂਦੇ ਨੇ।
ਮਣੀ ਰਾਮ ਇਸ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹਿਲੀ ਵਾਰ ਆਏ ਤੇ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਨਮਸਕਾਰ ਕੀਤੀ, ਆਪਣਾ ਮੱਥਾ ਟੇਕਿਆ ਤੇ ਹੱਥ ਜੋੜ ਕੇ ਪਿਤਾ ਨੇ ਇੱਕ ਬੇਨਤੀ ਕੀਤੀ ਸੀ, ਦਾਦਾ ਮੇਰੇ ਇਸ ਪੁੱਤਰ ਨੂੰ ਆਪਣੇ ਘਰ ਵਿੱਚ ਥਾਂ ਦਿਓ, ਆਪਣੇ ਘਰ ਦਾ ਮੈਂਬਰ ਬਣਾਓ, ਸਿੱਖੀ ਦੀ ਦਾਤ ਦਿਓ। ਮੈਂ ਆਪਣਾ ਇਹ ਪੁੱਤਰ ਤੁਹਾਡੇ ਘਰ ਵਿੱਚ ਸੌਂਪਣ ਦੇ ਲਈ ਆਇਆ ਵਾਂ। ਤੇ ਮੱਥੇ ਦਾ ਨੁਹਾਰ ਗੁਰੂ ਹਰਿ ਸਾਹਿਬ ਜੀ ਨੇ ਵੇਖ ਕੇ ਤੇ ਬਚਨ ਇਹ ਕਹੇ ਸਨ, ਮਣੀਆਂ ਗੁਣੀਆਂ ਹੋ ਜਗ ਮਾਹੇ। ਮਣੀ ਰਾਮ ਤੁਸੀਂ ਗੁਣਵਾਨ ਬਣੋਗੇ ਇਸ ਜਗਤ ਤੇ ਇਸ ਸੰਸਾਰ ਵਿੱਚ, ਤੁਹਾਡੇ ਗੁਣਾਂ ਦਾ ਸਾਨੀ ਕੋਈ ਨਹੀਂ, ਤੁਹਾਡੀ ਕਲਮ ਤੇ ਧਣੀ ਦਾ ਸਾਨੀ ਕੋਈ ਨਹੀਂ। ਤੁਸੀਂ ਗੁਣਵਾਨ ਇਸ ਸੰਸਾਰ ਦੇ ਅੰਦਰ ਬਣੋਗੇ। 2 ਸਾਲ ਇਸ ਘਰ ਦੇ ਅੰਦਰ ਕੀਰਤਪੁਰ ਸਾਹਿਬ ਭਾਈ ਮਣੀ ਸਿੰਘ ਦੀ ਸੇਵਾ ਨਿਭਾਉਂਦੇ ਰਹੇ। ਲੰਗਰ ਵਿੱਚ ਸੇਵਾ ਕਰਨੀ, ਦਰਬਾਰ ਦੀ ਹਾਜ਼ਰੀ ਭਰਨੀ ਤੇ ਜੋ ਗੁਰੂ ਹਰਿ ਸਾਹਿਬ ਜੀ ਨੇ ਹੁਕਮ ਕਰਨਾ ਉਸ ਹੁਕਮ ਦੀ ਪਾਲਣਾ ਖਿੜੇ ਮੱਥੇ ਪ੍ਰਵਾਨ ਕਰਨੀ। ਕਦੇ ਇਹ ਨਹੀਂ ਕਹਿਣਾ ਸਤਿਗੁਰੂ ਇਹ ਗੱਲ ਮੇਰੇ ਵੱਸ ਦੀ ਨਹੀਂ, ਮੈਂ ਨਹੀਂ ਕਰ ਸਕਦਾ। ਇਹ ਸ਼ਬਦ ਇਤਿਹਾਸਕਾਰ ਕਹਿੰਦੇ ਆ ਭਾਈ ਮਣੀ ਸਿੰਘ ਦੀ ਰਸਨਾ ਤੇ ਇੱਕ ਦਿਨ ਵੀ ਨਹੀਂ ਆਇਆ। ਗੁਰੂ ਹੁਕਮ ਕਰੇ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਦੇ ਲਈ ਉਤਾਵਲੇ ਹਰ ਸਮੇਂ ਇਹ ਰਹਿਣ। 2 ਸਾਲ ਇਸ ਘਰ ਦੇ ਅੰਦਰ ਸੇਵਾ ਨੂੰ ਨਿਭਾਇਆ ਗਿਆ। 15 ਸਾਲ ਦੀ ਉਮਰ ਹੋਈ ਏ, ਭਾਈ ਮਣੀ ਸਿੰਘ ਆਪਣੇ ਘਰ ਰਾਏਪੁਰ ਪਾਕਿਸਤਾਨ ਦੇ ਅੰਦਰ ਵਾਪਸ ਜਾਂਦੇ ਨੇ ਤੇ 15 ਸਾਲ ਦੀ ਉਮਰ ਦੇ ਅੰਦਰ ਭਾਈ ਮਣੀ ਸਿੰਘ ਜੀ ਦੀ ਸ਼ਾਦੀ ਹੁੰਦੀ ਏ, ਵਿਆਹ ਹੁੰਦਾ। ਲੱਖੀ ਸ਼ਾਹ ਵਣਜਾਰਾ ਉਹਨਾਂ ਦੀ ਧੀ ਸੀਤੋ ਬਾਈ ਨਾਲ। ਇਹ ਲੱਖੀ ਸ਼ਾਹ ਉਹ ਵਣਜਾਰਾ ਜਿਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਚੁੱਕਿਆ ਤੇ ਧੜ ਨੂੰ ਆਪਣੇ ਘਰ ਦੇ ਅੰਦਰ ਟਿਕਾ ਕੇ ਤੇ ਸਾਰੇ ਘਰ ਨੂੰ ਇਹਨੇ ਅੱਗ ਲਾ ਦਿੱਤੀ। ਇਹਦੀ ਬੱਚੀ ਹੈ, ਇਹਦੀ ਧੀ ਹੈ ਸੀਤੋ ਬਾਈ। ਉਹਦੇ ਨਾਲ 15 ਸਾਲ ਦੀ ਉਮਰ ਵਿੱਚ ਭਾਈ ਮਣੀ ਸਿੰਘ ਜੀ ਦੀ ਸ਼ਾਦੀ ਹੁੰਦੀ ਹੈ, ਵਿਆਹ ਹੁੰਦਾ। ਵਿਆਹ ਤੋਂ ਬਾਅਦ ਫਿਰ ਇਹ ਦੁਬਾਰਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਅੱਜ ਇਕੱਲੇ ਨਹੀਂ, ਇਹਦੇ ਨਾਲ ਅੱਜ ਆਉਣ ਵਾਲੇ 2 ਭਰਾ ਨੇ, ਭਾਈ ਜੇਠਾ ਜੀ ਤੇ ਭਾਈ ਦਿਆਲਾ ਜੀ, ਜਿਹੜੇ ਦਿੱਲੀ ਅੰਦਰ ਸ਼ਹੀਦ ਕੀਤੇ ਗਏ। 2 ਆਪਣੇ ਨਾਲ ਇਹ ਭਰਾ ਲੈ ਕੇ ਤੇ ਤੀਜਾ ਆਪਣਾ ਤਨ ਲੈ ਕੇ ਦੁਬਾਰਾ ਇਹ ਕੀਰਤਪੁਰ ਸਾਹਿਬ ਦੀ ਧਰਤੀ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਅੰਦਰ ਆ ਸਮਰਪਿਤ ਹੋਇਆ। ਕਿਉਂਕਿ 90 ਸਾਲ ਦੀ ਉਮਰ ਹੈ ਭਾਈ ਮਣੀ ਸਿੰਘ ਜੀ ਦੀ। 1644 ਨੂੰ ਪ੍ਰਕਾਸ਼ ਜਨਮ ਹੁੰਦਾ ਹੈ ਤੇ 1734 ਨੂੰ ਲਾਹੌਰ ਦੇ ਅੰਦਰ ਸ਼ਹੀਦ ਕੀਤੇ ਜਾਂਦੇ ਨੇ। 90 ਸਾਲ ਦੀ ਆਰਬਲ ਉਮਰ ਇਸ ਧਰਤੀ ਦੇ ਉੱਤੇ ਇਸ ਤਨ ਦੇ ਪੁਤਲੇ ਦੇ ਅੰਦਰ ਭਾਈ ਮਣੀ ਸਿੰਘ ਜੀ ਹੰਡਾ ਕੇ ਜਾਂਦੇ ਨੇ। ਹੁਣ ਜਦੋਂ ਤੀਜੀ ਵਾਰ ਦੂਜੀ ਵਾਰ ਘਰ ਦੇ 3 ਮੈਂਬਰ ਆਏ, 2 ਸਕੇ ਭਰਾ ਆਏ, ਆਪ ਆਏ ਤੇ ਧੰਨ ਗੁਰੂ ਹਰਿ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸ਼ਰਨ ਦੇ ਅੰਦਰ ਸੇਵਾ ਨੂੰ ਨਿਭਾਇਆ। ਦਿੱਲੀ 8ਵੇਂ ਪਾਤਸ਼ਾਹ ਜੀ ਦੇ ਨਾਲ ਗਏ। ਸਤਿਗੁਰੂ ਉੱਥੇ ਜੋਤੀ ਜੋਤ ਸਮਾਉਂਦੇ ਆ। ਬਾਬਾ ਬਸੈ ਗ੍ਰਾਮ ਬਕਾਲੇ ਇਹ ਸ਼ਬਦ ਕਹਿ ਕੇ ਭਾਈ ਮਣੀ ਸਿੰਘ ਵਾਪਸ ਆਪਣੀ ਨਗਰੀ ਆਪਣੇ ਘਰ ਆ ਜਾਂਦੇ ਨੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਏ, ਆਨੰਦਪੁਰ ਸਾਹਿਬ ਨਗਰ ਦੀ ਉਸਾਰੀ ਹੋਈ, ਉਸ ਤੋਂ ਬਾਅਦ ਭਾਈ ਮਣੀ ਸਿੰਘ ਜੀ ਫਿਰ ਦੁਬਾਰਾ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਅੰਦਰ ਸਿੱਖੀ ਨੂੰ ਨਿਭਾਉਣ ਲਈ ਤੁਰਦੇ ਨੇ। ਦਿੱਲੀ ਅੰਦਰ ਸਤਿਗੁਰੂ ਜੀ ਸ਼ਹੀਦ ਕੀਤੇ ਗਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਸ਼ਰਨ ਦੇ ਅੰਦਰ ਫਿਰ ਭਾਈ ਮਣੀ ਸਿੰਘ ਜੀ ਨੇ ਸੇਵਾ ਨੂੰ ਲੰਮੇ ਸਮੇਂ ਤੋਂ ਨਿਭਾਇਆ। ਕਿਉਂਕਿ 42 ਸਾਲ ਦੀ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। 42 ਸਾਲ ਤੇ ਸਿੱਧੇ ਇਹੀ ਬਣਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਉੱਤੇ ਸੇਵਾ ਨੂੰ ਨਿਭਾਉਂਦੇ ਆ। ਇਸ ਘਰ ਦੇ ਅੰਦਰ ਉਹ ਚੁੱਕੇ। ਹੁਣ ਕਲਮ ਦੇ ਇਹ ਧਨੀ ਨੇ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਸੇਵਾ ਰਾਏ
ਉਹਨਾਂ ਦੀਆਂ ਕਲਮ ਦੀਆਂ ਸਤਰਾਂ ਪੜ੍ਹਨੇ ਆ। ਤੇ ਭਾਈ ਮਨੀ ਸਿੰਘ ਜੀ ਦੀ ਸੇਵਾ ਦਾ ਜਦੋਂ ਉਹ ਜ਼ਿਕਰ ਕਰਦੇ ਆ, ਸੇਵਾ ਸੀ ਕਰਨ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜ੍ਹਦਾ ਪੜ੍ਹਾਉਂਦਾ ਤੇ ਜਨਾਂਦਾ ਨਾਹੀਂ, ਆਪਾ ਤਾਹੀਂ ਮਨ ਨੀਵਾ ਮਤ ਉੱਚੀ, ਇਹ ਦਿਲੋਂ ਧਾਰ ਹੈ, ਹੱਟੀ ਤਪੀ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਉਚਾਰ ਏ, ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਸ ਕਈ, ਜੁੱਧ ਕਰਨ ਵਿੱਚ ਬੜਾ ਹੁਸ਼ਿਆਰ ਹੈ। ਜਾਂ ਉਹਨਾਂ ਨੇ ਇੱਕ ਬੰਦ ਇਹ ਵੀ ਲਿਖਿਆ, ਸੇਵਾ ਕਰੇ ਆਲਸ ਕੋ ਤਿਆਗੇ, ਸਵਾ ਪਹਿਰ ਨਿਸ ਰਹਿੰਦੀ ਜਾਗੇ, ਨਿਤ ਪ੍ਰਤ ਮਣੀਆਂ ਮੱਜਨ ਕਰੈ, ਪਦ ਪੰਕਜ ਗੁਰ ਮਸਤਕ ਧਰੈ, ਨਿਸ ਦਿਨ ਕਰ ਸੇਵਾ ਮਨ ਮਾਂਜੈ, ਅੰਧੇਰੀ ਬੰਦ ਨਾ ਦੇਖੈ ਸਾਂਝੈ, ਸੇਵਾ ਹਰੀ ਜੁਦ ਮੈਂ ਆਗੈ, ਹੋਏ ਕਾਇਰ ਨਾ ਪਿਛੈ ਭਾਗੈ। ਉਹ ਹੱਟੀ ਤਪੀ ਸਿੱਖੀ ਸਿਦਕ ਦੇ ਪੁਤਲੇ ਰਹੇ ਨੇ। ਸੇਵਾ ਨੂੰ ਨਿਭਾਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਬਾਣੀ ਪੜ੍ਹਨੀ ਤੇ ਬਾਣੀ ਦੀਆਂ ਪੋਥੀਆਂ ਤਿਆਰ ਕਰਨੀਆਂ, ਇਤਿਹਾਸ ਲਿਖਣਾ, ਤੇ ਜਿਹੜੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਚਨਾ ਤੋਂ ਬੋਲਣੇ, ਭਾਈ ਮਨੀ ਸਿੰਘ ਨੇ ਉਹਨਾਂ ਸ਼ਬਦਾਂ ਨੂੰ ਅੰਕਿਤ ਕਰਨਾ ਤੇ ਲਿਖੀ ਜਾਣਾ। ਕਿਉਂਕਿ ਇਹ ਗੱਲ ਤੇ ਗੁਰੂ ਰਾਮਦਾਸ ਮਹਾਰਾਜ ਬਾਣੀ ਦੇ ਅੰਦਰ ਕਹਿੰਦੇ ਨੇ, ਜਦੋਂ ਉਹ ਸਿੱਖ ਦੀ ਪਰਿਭਾਸ਼ਾ ਦਾ ਜ਼ਿਕਰ ਕਰਦੇ ਕਿ ਸਿੱਖ ਕੌਣ ਹੈ, ਸਤਿਗੁਰੂ ਦਾ ਇੱਕ ਸਮੁੱਚਾ ਸ਼ਬਦ, ਸਿੱਖੀ ਦੀ ਉਹ ਪਰਿਭਾਸ਼ਾ ਦੀ ਵਿਆਖਿਆ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਜਿਹੜਾ ਕਹਿੰਦੇ ਨਾ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਮੇਰਾ ਗੁਰੂ ਨਾਲ ਪਿਆਰ ਹੈ, ਨੇਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾ ਸਿੱਖ ਦਾ ਕਰਮ ਇਹ ਵੇ, ਉਹ ਭਲਕੇ, ਭਲਕੇ ਦਾ ਅਰਥ ਹੁੰਦਾ ਹਰ ਰੋਜ਼। ਕਿਉਂਕਿ ਭਲਕਾ ਕਦੇ ਅੱਜ ਵਿੱਚ ਨਹੀਂ ਬਦਲਦਾ। ਅਸੀਂ ਅੱਜ ਦਾ ਦਿਨ ਗੁਜ਼ਾਰਨੇ ਆ, ਜਿਹੜਾ ਕੱਲ ਆਉਣਾ ਹੈ ਨਾ, ਅਸੀਂ ਉਹਨੂੰ ਕਹਿੰਦੇ ਆ ਭਲਕਾ। ਜਦੋਂ ਉਹ ਕੱਲ ਆਉਣੇ ਤੇ ਉਹ ਦਿਨ ਨੇ ਫਿਰ ਅੱਗੇ ਚਲੇ ਜਾਣੇ। ਭਲਕੇ ਤੋਂ ਭਾਵ ਹੈ ਹਰ ਰੋਜ਼ ਰੂਟੀਨ ਦੇ ਨਾਲ ਉਹ ਅੰਮ੍ਰਿਤ ਵੇਲੇ ਉੱਠਦਾ ਹੈ, ਤੇ ਉੱਠਦਿਆਂ ਸਾਰ ਆਪਣੀ ਰਸਨਾ ਤੋਂ ਵਾਹਿਗੁਰੂ ਕਹਿੰਦਾ ਹੈ, ਗੁਰੂ ਨੂੰ ਯਾਦ ਕਰਦਾ, ਉਹ ਗੁਰੂ ਨੂੰ ਸਿਮਰਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਹੁਣ ਪਹਿਲਾ ਕਰਮ ਇਹ ਦੱਸਿਆ ਗਿਆ ਕਿ ਉੱਠਦਿਆਂ ਸਾਰ ਉਹ ਆਪਣੀ ਰਸਨਾ ਤੋਂ ਵਾਹਿਗੁਰੂ ਕਵੇ, ਰੱਬ ਨੂੰ ਚੇਤੇ ਕਰੇ, ਰੱਬ ਦਾ ਸ਼ੁਕਰਾਨਾ ਕਰੇ, ਦਾਤਾ ਅੱਜ ਦਾ ਦਿਨ, ਅੱਜ ਦਾ ਸਮਾਂ ਮੇਰੀ ਜ਼ਿੰਦਗੀ ਦੇ ਅੰਦਰ ਤੁਸੀਂ ਦੁਬਾਰਾ ਬਖਸ਼ ਦਿੱਤਾ। ਉਹ ਕੁਝ ਕੁ ਪਲ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਤੋਂ ਬਾਅਦ ਫਿਰ ਉੱਠਦਾ ਆਪਣੇ ਉਸ ਸੁੱਤੇ ਹੋਏ ਮੰਜੇ ਪਲੰਗ ਆਸਣ ਤੋਂ, ਤਨ ਦਾ ਇਸ਼ਨਾਨ ਕਰਦਾ ਬਾਣੀ ਨਾਲ, ਪਾਣੀ ਦੇ ਨਾਲ, ਫਿਰ ਬਾਣੀ ਦਾ ਇਸ਼ਨਾਨ ਕਰਦਾ ਆਪਣੇ ਮਨ ਨੂੰ ਧੋਣ ਲਈ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਅੰਮ੍ਰਿਤ ਸਰਨਾਨ ਤੋਂ ਭਾਵ ਇਹ ਗੁਰੂ ਦੇ ਨਾਮ ਅੰਮ੍ਰਿਤ ਸਰੋਵਰ ਦੇ ਅੰਦਰ ਆਪਣੇ ਮਨ ਦਾ ਉਹ ਇਸ਼ਨਾਨ ਕਰਦਾ। ਫਿਰ ਉਹ ਆਪਣਾ ਇੱਕ ਫਿਰ ਨੇਮ ਨਿਭਾਉਂਦਾ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਉਹ ਦਿਨ ਸਾਰਾ ਜਿੱਥੇ ਬਹਿੰਦਾ ਜਾਂ ਉੱਠਦਾ, ਜਿਹੜਾ ਰੂਟੀਨ ਅੰਮ੍ਰਿਤ ਵੇਲੇ ਨਿਭਾਇਆ ਗਿਆ, ਜੋ ਬਾਣੀ ਦੇ ਅੰਦਰ ਸਿੱਖਿਆਵਾਂ ਤੇ ਉਪਦੇਸ਼ ਅੰਮ੍ਰਿਤ ਵੇਲੇ ਸਿੱਖੇ ਗਏ, ਉਸ ਉਪਦੇਸ਼ ਨੂੰ ਸਾਰਾ ਦਿਨ ਆਪਣੇ ਅੰਦਰ ਫਿਰ ਉਹ ਯਾਦ ਰੱਖਦਾ, ਉਹਨਾਂ ਉਪਦੇਸ਼ਾਂ ਨੂੰ ਆਪਣੇ ਅੰਦਰ ਗਾਉਂਦਾ ਰਹਿੰਦਾ ਹੈ। ਮੇਰੇ ਗੁਰੂ ਨੇ ਆ ਕਰਨ ਲਈ ਕਿਹਾ ਤੇ ਆ ਛੱਡਣ ਲਈ ਕਿਹਾ। ਇਹ ਨਹੀਂ ਅੰਮ੍ਰਿਤ ਵੇਲੇ ਦਾ ਨੇਮ ਬੰਦਾ 2 ਘੰਟੇ ਦਾ ਨਿਭਾ ਲਵੇ, ਵਾਹਿਗੁਰੂ ਵਾਹਿਗੁਰੂ ਵੀ ਕਹਿ ਲਵੇ ਤੇ ਬਾਣੀ ਵੀ ਪੜ ਲਵੇ, ਤੇ ਸਾਰਾ ਦਿਨ ਫਿਰ ਕੋਈ ਝੂਠ ਫਰੇਬ ਤੇ ਠਗੀਆਂ ਕਰੀ ਜਾਏ, ਸ਼ਾਮ ਨੂੰ ਫਿਰ ਜਾ ਕੇ ਕਵੇ ਦਾਤਾ ਮੈਂ ਜੁੜਿਆ। ਸਾਹਿਬ ਜੀ ਕਹਿੰਦੇ ਇਹ ਨਹੀਂ। ਜਿਹੜਾ ਰੂਟੀਨ ਨਿਭਾਇਆ ਹੈ, ਜਿਹੜੀ ਕੀਰਤ ਗੁਰੂ ਨੇ ਕਰਨ ਦੇ ਲਈ ਕਹੀ ਹੈ, ਜੋ ਬੋਲਣ ਲਈ ਕਿਹਾ, ਜੋ ਛੱਡਣ ਲਈ ਕਿਹਾ, ਸਾਰਾ ਦਿਨ ਉਸ ਨੇਮ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਪਰਪੱਕ ਰੱਖੇ।
उस नेम नूं ओ निभांदा रहे। जो सास गिरास ध्याए मेरा हर हर, सो गुर सिख गुरु मन पावे। साह लैंदियां, भोजन छकदियां, तुरदियां, उठदियां, बहिंदियां ਜਿਹੜਾ गुरु वाहिगुरु ਨੂੰ ਧਿਆਉਂਦਾ ਰਹਿੰਦਾ, ਸਿਮਰਦਾ ਤੇ याद ਰਹਿੰਦਾ, ਇਹੋ ਜਿਹਾ ਸਿੱਖ गुरु ਦੇ ਮਨ ਨੂੰ ਭਾ ਜਾਂਦਾ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਉਹਨੂੰ ਫਿਰ ਗੁਰੂ ਆਪਣੀ ਸਿੱਖਿਆ ਤੇ ਆਪਣਾ ਉਪਦੇਸ਼ ਦਿੰਦਾ ਤੇ ਜਿਹੜਾ ਗੁਰੂ ਦੇ ਉਪਦੇਸ਼ਾਂ ਦਾ ਧਾਰਨੀ ਹੋ ਜਾਂਦਾ ਹੈ, ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾ ਲੈਂਦਾ ਹੈ। ਸਾਹਿਬ ਜੀ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਉਸ ਗੁਰ ਸਿੱਖ ਦੇ ਚਰਨਾਂ ਦੀ ਧੂੜ, ਚਰਨਾਂ ਦੀ ਖਾਕ ਫਿਰ ਗੁਰੂ ਮੰਗਦਾ ਤੇ ਲੋਚਦਾ। ਜਿਨੇ ਆਪ ਨਾਮ ਜਪਿਆ ਤੇ ਦੂਜੇ ਨੂੰ ਉਹ ਨਾਮ ਜਪਾਇਆ। ਜਾਂ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਹਾਂ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। सेवा करत होए ने कामी, तिसको होत प्राप्त स्वामी। अपनी कृपा जिस आप करे, नानक सो सेवक गुर की मत ले। जिदे उते गुरु की कृपा वापर गई, रहमत होगी, बख्शिश होगी, ਉਹ ਸਿੱਖ ਫਿਰ ਗੁਰੂ ਦੀ ਮੱਤ ਧਾਰਨ ਕਰਦਾ। ਤੇ ਜਿਹਦੇ ਕੋਲ ਗੁਰੂ ਦੀ ਮੱਤ ਆਵੇ, ਗੁਰੂ ਦੀ ਸਿੱਖਿਆ ਤੇ ਗੁਰੂ ਦਾ ਗਿਆਨ ਆਵੇ, ਉਹ ਹਰ ਸਮੇਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਅੰਦਰ ਸਮਰਪਿਤ ਕਰਕੇ ਰੱਖਦਾ। ਭਾਈ ਮਨੀ ਸਿੰਘ ਜੀ ਦਾ ਇਹ ਨੇਮ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦੇ ਅੰਦਰ ਉਹਨਾਂ ਸਵਾ ਪੈ ਰਹਿੰਦੀ ਜਾਗ ਜਾਣਾ, ਇਸ਼ਨਾਨ ਕਰਨਾ, ਚੌਂਕੜਾ ਲਾ ਬਾਣੀ ਦਾ ਅਭਿਆਸ ਕਰਨਾ, ਬਾਣੀ ਦੀਆਂ ਪੋਥੀਆਂ ਲਿਖਣੀਆਂ, ਹੱਟ ਵਿੱਚ ਤਪ ਵਿੱਚ ਆਲਸ ਕੋਈ ਨਹੀਂ। ਤੇ ਜੇ ਕਿਤੇ ਜੰਗ ਯੁੱਧ ਦੀ ਗੱਲ ਆਵੇ ਤੇ ਉਸ ਜੰਗ ਯੁੱਧ ਦੇ ਅੰਦਰ ਯੁੱਧ ਕਰਨ ਦੇ ਅੰਦਰ ਭਾਈ ਮਨੀ ਸਿੰਘ ਦੀ ਹੁਸ਼ਿਆਰੀ ਦੇ ਨਾਲ ਅਗਾਂਹ ਵਧਦੇ ਨੇ। ਕਿਉਂਕਿ ਜਦੋਂ ਅਸੀਂ ਪੌਂਟਾ ਸਾਹਿਬ ਦਾ ਇਤਿਹਾਸ ਪੜ੍ਹਨੇ ਆ, ਇਸ ਆਨੰਦਪੁਰ ਸਾਹਿਬ ਤੋਂ 4 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਗਾਤਾਰ ਪੌਂਟਾ ਸਾਹਿਬ ਦੀ ਧਰਤੀ ਤੇ ਰਹੇ, ਉਹ ਨਗਰ ਵਸਾਇਆ। ਤੇ ਭਾਈ ਮਨੀ ਸਿੰਘ 4 ਸਾਲ ਲਗਾਤਾਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਰਹੇ। 52 ਕਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਰਹੇ ਨੇ। ਗਿਆਨੀ ਗਿਆਨ ਸਿੰਘ ਆਪਣੀ ਕਲਮ ਦੇ ਅੰਦਰ ਇਹ ਹਵਾਲਾ ਦਿੰਦੇ ਨੇ, ਉਹਨਾਂ 52 ਕਵੀਆਂ ਵਿੱਚੋਂ ਸਭ ਤੋਂ ਜੇ ਸਨਮਾਨਿਤ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਕਵੀਆਂ ਦੇ ਅੰਦਰ ਰਹੇ ਨੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਣ ਦਿੱਤਾ ਹੈ, ਉਹ ਕਵੀ ਸਨ ਭਾਈ ਮਨੀ ਸਿੰਘ ਜੀ। 52 ਕਵੀ ਥੇ ਗੁਰਪਾਸ, ਸਭ ਮੈਂ ਗਣਨਾ ਇਨਕੀ ਖਾਸ। 52 ਕਵੀਆਂ ਵਿੱਚੋਂ ਸਭ ਤੋਂ ਉੱਤਮ ਗਣਨਾ ਤੇ ਮਾਣ ਸਤਿਕਾਰ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਤੇ ਇਤਿਹਾਸ ਨੂੰ ਬਰੀਕੀ ਨਾਲ ਲਿਖਣਾ, ਗੁਰੂ ਦੇ ਬਚਨਾਂ ਨੂੰ ਲਿਖਣਾ, ਬਾਣੀ ਦੀਆਂ ਪੋਥੀਆਂ ਲਿਖਣੀਆਂ, ਉਹਨਾਂ ਸਾਰੇ ਕਵੀਆਂ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਗਣਨਾ ਜਿਹੜੀ ਹੈ ਉਹ ਬੜੀ ਖਾਸ ਰਹੀ ਹੈ। ਇੱਕ ਇਤਿਹਾਸ ਚੱਲਦਾ ਪਿਆ ਸ਼ਾਮਾਂ ਦੇ ਦੀਵਾਨ ਵਿੱਚ ਬਾਬਾ ਰਾਮ ਰਾਏ ਜੀ ਦਾ, ਤੇ ਉਹ ਇਤਿਹਾਸ ਇੱਥੋਂ ਤੱਕ ਪਹੁੰਚ ਗਿਆ ਹੈ। ਮਸੰਦਾਂ ਨੇ ਬਾਬਾ ਰਾਮ ਰਾਏ ਨੂੰ ਜਿਉਂਦੇ ਨੂੰ ਚਿਖਾ ਦੇ ਅੰਦਰ ਪਾ ਕੇ ਅੱਗ ਲਾ ਕੇ ਸਾੜ ਦਿੱਤਾ। ਹੁਣ ਜਦੋਂ ਬਾਬਾ ਰਾਮ ਰਾਏ ਦਾ ਸੰਸਕਾਰ ਹੋਇਆ ਹੈ ਨਾ, ਪੰਜਾਬ ਕੌਰ ਨੇ ਸੁਨੇਹਾ ਘੱਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਤੁਸੀਂ ਆਓ ਭੋਗ ਤੇ। ਸਤਿਗੁਰੂ ਨੇ ਭਾਈ ਮਨੀ ਸਿੰਘ ਤੇ ਨਾਲ 5 ਸਿੰਘ ਭੇਜੇ, ਤੇ ਜਦੋਂ ਉਸ ਤਾਬਿਆ ਦੇ ਉੱਤੇ ਗੁਰਬਖਸ਼ ਸਿੰਘ ਮਹੰਤ ਬੈਠਾ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਬਚਨ ਬੋਲੇ। ਤੇ ਭਾਈ ਮਨੀ ਸਿੰਘ ਨੇ ਸਮਝਾਇਆ ਉਹਨੂੰ, ਸਜਣਾ ਇਹ ਵਕਤ ਇਹ ਨਹੀਂ, ਜਿਹੜਾ ਵਕਤ ਸਮਾਂ ਚੱਲਦਾ ਤੂੰ ਉਸ ਸਮੇਂ ਨੂੰ ਵਾਚ। ਪਰ ਕਹਿੰਦੇ ਨੇ ਉਹ ਰੁਕਿਆ ਨਹੀਂ, ਕਿਉਂਕਿ ਕਿਸੇ ਇਤਿਹਾਸਕਾਰ ਨੇ ਲਿਖਿਆ ਸਾਲ ਤੋਂ ਬਾਅਦ ਜਦੋਂ ਵਰੀਨੇ ਦਾ ਪਾਠ ਰਖੀਚਾ, ਉਦੋਂ ਭਾਈ ਮਨੀ ਸਿੰਘ ਜੀ ਗਏ
ਤੇ ਕਿਸੇ ਨੇ ਲਿਖਿਆ ਜਦੋਂ ਭੋਗ ਸੀ ਉਦੋਂ ਇਹ ਘਟਨਾ ਵਾਪਰੀ। ਭਾਵੇਂ ਕੁਝ ਵੀ ਹੋਵੇ, ਸਾਲ ਬਾਅਦ ਹੋਵੇ ਤੇ ਜਾਂ ਸਾਲ ਪਹਿਲਾਂ ਹੋਵੇ, ਭਾਈ ਮਨੀ ਸਿੰਘ ਦੀ 5 ਸਿੰਘਾਂ ਨਾਲ ਉੱਥੇ ਜਾਂਦੇ ਆ। ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਨਾ ਆਉਂਦਾ, ਨਹੀਂ ਰੁਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਉਹ ਬਚਨ ਬੋਲੀ ਜਾਂਦਾ ਹੈ। ਬੈਠੇ ਹੋਏ ਇਸ ਗੁਰਬਖਸ਼ ਸਿੰਘ ਨੂੰ ਤਾਬਿਆਂ ਤੋਂ ਘਸੀਟ ਕੇ ਥੱਲੇ ਲਿਆਂਦਾ ਗਿਆ, ਸੋਧਾ ਲਾ ਕੇ ਇਹਨੂੰ ਮਾਰ ਮੁਕਾਇਆ, ਕਿਉਂਕਿ ਪਹਿਲਾਂ ਜਿਹੜਾ ਤੂੰ ਕਰਮ ਕੀਤਾ ਉਹ ਥੋੜਾ, ਹੁਣ ਗੁਰੂ ਦੇ ਖਿਲਾਫ ਇਹੋ ਜੇ ਤੂੰ ਬੋਲਣਾ। ਕਿੰਨਾ ਵਿਸ਼ਵਾਸ ਸੀ। ਭਾਈ ਮਨੀ ਸਿੰਘ ਨੂੰ ਉੱਥੇ ਭੇਜਿਆ ਗਿਆ। ਪਹਿਲਾ ਜੰਗ ਹੋਇਆ ਇਸ ਭੰਗਾਣੀ ਦਾ, ਇਸ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹਨਾਂ ਪਹਾੜੀ ਰਾਜਿਆਂ ਦੇ ਨਾਲ। ਉਸ ਜੰਗ ਦੇ ਅੰਦਰ ਭਾਈ ਮਨੀ ਸਿੰਘ ਜੀ ਬੜੀ ਫੁਰਤੀ ਦੇ ਨਾਲ ਲੜੇ ਨੇ, ਬੜੀ ਉਹਨਾਂ ਨੇ ਬਹਾਦਰੀ ਵਿਖਾਈ ਹੈ, ਕਿਉਂਕਿ ਬੜਾ ਸਰੀਰ ਦੇ ਅੰਦਰ ਫੁਰਤੀਲਾਪਨ, ਬੜੀ ਬਹਾਦਰੀ ਤੇ ਇਹੋ ਜਿਹਾ ਆਪਣੇ ਅੰਦਰ ਬਾਹੂਬਲ ਲੈ ਕੇ ਭਾਈ ਮਨੀ ਸਿੰਘ ਜੀ ਆਪਣਾ ਜੀਵਨ ਗੁਜ਼ਾਰਦੇ ਰਹੇ। ਉਸ ਜੰਗ ਦੇ ਅੰਦਰ ਪਹਿਲੀ ਜੰਗ ਹੋਈ ਤੇ ਭਾਈ ਮਨੀ ਸਿੰਘ ਜੀ ਨੇ ਉਸ ਜੰਗ ਦੇ ਅੰਦਰ ਹਿੱਸਾ ਲਿਆ। 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜਦੇ ਨੇ। ਉਹਨਾਂ ਕਾਫੀ ਜੰਗਾਂ ਵਿੱਚੋਂ ਭਾਈ ਮਨੀ ਸਿੰਘ ਜੀ ਦਾ ਰੋਲ ਰਿਹਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹ ਸਿੱਖੀ ਸਿਧਾਂਤ ਨੂੰ ਨਿਭਾਉਂਦੇ ਆ। ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਜਾਂਦਾ, ਉਸ ਤੋਂ ਪਹਿਲਾਂ ਦੀ ਜਦੋਂ ਘਟਨਾ ਵਾਪਰਦੀ ਹੈ, ਪੰਥ ਖਾਲਸਾ ਸਾਜਿਆ ਜਾਂਦਾ ਹੈ ਤੇ ਉਸ ਪੰਥ ਖਾਲਸੇ ਦੇ ਸਾਜਣ ਵਿੱਚ ਅੰਮ੍ਰਿਤ ਬਾਟਾ ਤਿਆਰ ਹੁੰਦਾ ਹੈ। ਭਾਈ ਮਨੀ ਸਿੰਘ, ਇਹਦੇ 5 ਪੁੱਤਰ ਭਰਾ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰ ਕਮਲਾਂ ਤੋਂ ਮਣੀ ਰਾਮ ਤੋਂ ਇਹ ਮਨੀ ਸਿੰਘ ਬਣਦੇ ਨੇ। 1693 ਸਨ ਦਾ ਜ਼ਿਕਰ ਇਤਿਹਾਸ ਕਰਦਾ ਹੈ, ਜਦੋਂ ਦਰਬਾਰ ਸਾਹਿਬ ਦੀ ਸਾਰੀ ਸੇਵਾ ਸੰਭਾਲ ਦਾ ਪ੍ਰਬੰਧ ਮਿਹਰਵਾਨ ਦੇ ਪੁੱਤਰ ਹਰਜੀ ਦੇ ਹੱਥ ਵਿੱਚ ਸਮਾਂ ਆਇਆ, ਉਹਦੀ ਮੌਤ ਹੋਈ। ਉਹਦਾ ਪੁੱਤਰ ਨਿਰੰਜਨ ਰਾਏ ਆਪਣੇ ਪਿਤਾ ਦੀ ਗੱਦੀ ਤੇ ਬੈਠਾ, ਪਰ ਆਪਣੇ ਪਿਤਾ ਵਾਂਗੂ ਉਹ ਇਸ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੰਭਾਲ ਨਾ ਸਕਿਆ। ਡਾਵਾਂ ਡੋਲ ਹੋਈ ਇਥੋਂ ਦੀ ਮਰਿਆਦਾ, ਆਪਸ ਦੇ ਅੰਦਰ ਇਸ ਪਰਿਵਾਰ ਦੀ ਫੁੱਟ ਪਈ ਤੇ ਲੜਾਈ ਝਗੜੇ ਹੋਣੇ ਸ਼ੁਰੂ ਹੋਏ। ਜਦੋਂ ਸੰਗਤ ਨੇ ਵੇਖਿਆ ਮਰਿਆਦਾ ਦੀਆਂ ਇੱਥੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੰਗਤ ਨੇ ਸੁਨੇਹਾ ਘੱਲਿਆ, ਚਿੱਠੀ ਘੱਲੀ ਆਨੰਦਪੁਰ ਸਾਹਿਬ ਦੀ ਧਰਤੀ ਤੇ, ਸਤਿਗੁਰੂ ਜਾਂ ਤੇ ਤੁਸੀਂ ਆਪ ਆਓ ਜਾਂ ਆਪਣਾ ਇਹੋ ਜਿਹਾ ਕੋਈ ਸਿੱਖ ਘੱਲੋ ਜਿਹੜਾ ਇਸ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਹੋਣ ਤੋਂ ਬਚਾ ਕੇ ਰੱਖੇ। ਕਿਉਂਕਿ ਜਿਹੜੇ ਇਤਿਹਾਸ ਤੋਂ ਜਾਣੂ ਨੇ ਉਹ ਇਸ ਗੱਲ ਨੂੰ ਜਾਣਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲ ਦੀ ਉਮਰ ਵਿੱਚ ਇੱਕ ਵਾਰ ਵੀ ਇਸ ਦਰਬਾਰ ਸਾਹਿਬ ਦੀ ਧਰਤੀ ਤੇ ਨਹੀਂ ਆਏ। ਉਹਦਾ ਕਾਰਨ ਕੀ ਹੈ? ਕਿਉਂਕਿ ਇਹ ਗੁਰੂ ਆਪ ਜਾਣਦਾ। ਜੰਗ ਯੁੱਧ ਤੇ ਵਿਖਾੜੇ ਹੀ ਇੰਨੇ ਪੈਂਦੇ ਰਹੇ, ਇਧਰ ਆਉਣ ਦਾ ਸਤਿਗੁਰੂ ਨੂੰ ਸਮਾਂ ਹੀ ਨਹੀਂ ਲੱਗਾ। ਦਸਮ ਪਾਤਸ਼ਾਹ ਆਪਣੀ ਆਏ ਇਸ ਦਰਬਾਰ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਮੱਥਾ ਟੇਕਣ, ਇਹਨਾਂ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਸਤਿਗੁਰੂ ਬਾਹਰ ਦਰਸ਼ਨੀ ਡਿਉੜੀ ਤੇ ਮੱਥਾ ਟੇਕ ਕੇ ਸਰੋਵਰ ਅੰਦਰ ਇਸ਼ਨਾਨ ਕਰਕੇ ਵੱਲੇ ਨਗਰ ਵੱਲ ਆਪ ਤੁਰ ਪਏ। ਜਦੋਂ ਸੁਨੇਹਾ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤ ਵੱਲੋਂ ਚਿੱਠੀ ਭੇਜੀ ਗਈ, ਸਤਿਗੁਰੂ ਇਥੋਂ ਦੀ ਮਰਿਆਦਾ ਦਾ ਇਹ ਹਸ਼ਰ ਹੁੰਦਾ ਪਿਆ, ਕਿਰਪਾ ਕਰੋ ਜਾਂ ਆਪ ਆਓ ਤੇ ਜਾਂ ਆਪਣਾ ਕੋਈ ਸਿੱਖ ਘੱਲੋ। ਸਤਿਗੁਰੂ ਨੇ ਭਾਈ ਮਨੀ ਸਿੰਘ ਜੀ ਨੂੰ ਤਿਆਰ ਕੀਤਾ, 5 ਸਿੰਘ ਦਿੱਤੇ ਨਾਲ ਤੇ ਦਰਬਾਰ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ 1693 ਦੇ ਅੰਦਰ ਤੋਰ ਦਿੱਤਾ। ਉਥੋਂ ਦੀ ਸਾਰੀ ਮਰਿਆਦਾ ਤੁਸੀਂ ਆਪਣੀ ਜ਼ਿੰਮੇਵਾਰੀ ਵਿੱਚ ਲਓ ਤੇ ਨਿਭਾਓ। ਜੋ ਕੁਝ ਸਿਧਾਂਤ ਤੇ ਉਹ ਸਿਧਾਂਤ ਨੂੰ ਉੱਥੇ ਤੁਸੀਂ ਦ੍ਰਿੜ ਕਰਾਓ। ਇੱਥੇ ਆ ਕੇ ਫਿਰ ਸਾਰਾ ਪ੍ਰਬੰਧ ਭਾਈ ਮਨੀ ਸਿੰਘ ਜੀ ਆਪਣੇ ਹੱਥ ਵਿੱਚ ਲੈਂਦੇ ਆ। ਉਸੇ ਮਰਿਆਦਾ ਨੂੰ ਜਿਹੜੀ ਗੁਰੂ ਨੇ ਕਾਇਮ ਕੀਤੀ, ਪਰਪੱਕ ਕੀਤਾ, ਸੰਗਤ ਦਾ ਵਿਸ਼ਵਾਸ ਤੇ ਅੰਦਰ ਪ੍ਰੇਮ ਵਾਧਾ ਰਿਹਾ। ਕਿੰਨਾ ਨੇੜਤਾ ਰਿਸ਼ਤਾ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਿਹਾ। ਕਿਉਂਕਿ ਜਦੋਂ ਸਤਿਗੁਰੂ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ
ਗੁਰੂ ਨੇ ਉਹਨਾਂ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਜਿਨ੍ਹਾਂ ਸਿੱਖਾਂ ਦਾ ਸਤਿਗੁਰੂ ਦੇ ਨਾਲ ਬਹੁਤ ਨੇਹ ਤੇ ਬਹੁਤ ਪਿਆਰ ਆ। ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਚਿੱਠੀ ਲਿਖੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ। ਜਦੋਂ ਵੇਖਿਆ ਕਿ ਉਥੋਂ ਦੀ ਮਰਿਆਦਾ ਇਹਨਾਂ ਬੜੀ ਸੂਝ ਬੂਝ ਦੇ ਨਾਲ ਸੰਭਾਲ ਲਈਏ, ਸਤਿਗੁਰੂ ਨੇ ਫਿਰ ਇੱਕ ਚਿੱਠੀ ਲਿਖ ਕੇ ਘੱਲੀ ਸੀ ਭਾਈ ਮਨੀ ਸਿੰਘ ਦੇ ਇਸ ਸਮੁੱਚੇ ਪਰਿਵਾਰ ਲਈ। ਉਹ ਚਿੱਠੀ ਦੇ ਬੋਲ ਸਾਡੇ ਇਤਿਹਾਸ ਦੇ ਅੰਦਰ ਅੱਜ ਵੀ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਇੱਕ ਓੰਕਾਰ सतगुरु प्रसाद श्री सतगुरु जी की आज्ञा है। भाई बचित्र सिंह जी, भाई उदय सिंह जी, भाई अनिक सिंह जी, भाई अजब सिंह जी, भाई अजैब सिंह जी, नायक माई दास होए मणि सिंह नूं वाहिगुरु शरण रखेगा। तुसी मेरे फरजंद खाने याद हो, सारे वरतारे दे तुसी महरम हो। होर रछिया दा पैसा धेला जो असानू देवेगा, ये मेरे हैं सिखां पुत्रां सेवा दा वेला है। जो लोच के सेवा करेगा तुहाडी सेवा दरगाह थाए पएगी, तुहाडे ते गुरु रछिया करेगा। ये चिट्ठी घल्ली गई भाई मनी सिंह दे परिवार नूं समुचे नूं सतगुरु गुरु गोबिंद सिंह महाराज जी वालों। सतगुरु ने मान किया जदों आनंदपुर साहब के नगर नूं दशमेश पिता ने 9 महीने घेरा पैण तो बाद छड्या ते त्यागया, उदों भाई मनी सिंह जी नाल तुरे। सरसा नदी ते सतगुरु दे परिवार का विछोड़ा पिया। माता गुजर कौर, बाबा जोरावर सिंह, बाबा फतेह सिंह सरहंद दिशा वाल तुर पैंदे आ। 40 सिंह ते नाल अपने 2 साहिबजादे वड्डे लैके चमकौर साहब की गढ़ी वाल गुरु गोबिंद सिंह महाराज जी तुर पैंदे ने। ते भाई मनी सिंह, माता सुंदर कौर ते गुरु गोबिंद सिंह महाराज जी दे होर महल दिल्ली की धरती दे वल ये तुर पैंदे ने। 3 हिस्सियां दे अंदर ये परिवार वंडिया गया। दिल्ली दे अंदर मतावां दे नाल भाई मनी सिंह जी उत्थे रहे। चमकौर साहब की जंग हुई, उहदे विच भाई मनी सिंह जी का रोल नहीं। दमदमा जां मुक्तसर दे अंदर जंग हुई, उहदे अंदर भाई मनी सिंह जी का रोल नहीं, क्योंकि दिल्ली दे अंदर इन्हां मातावां की हिफाजत करन दे लई भाई मनी सिंह की जिम्मेवारी लाई गई। जदों सतगुरु मुक्तसर की जंग समाप्त करके कमर कसा खोलते ने ते दमदमा साहब की धरती ते आके दम लेंदे आ, जंगां की समाप्ति हुंदी है। इत्थे फिर भाई मनी सिंह जी गुरु गोबिंद सिंह महाराज जी दियां महल पत्नियां नूं लैके इस दमदमा साहब की धरती ते आ पहुंचदे ने। इत्थे फिर गुरु गोबिंद सिंह महाराज गुरु ग्रंथ साहिब महाराज जी की बीड़ लिखवांदे ने। बाबा दीप सिंह, भाई मनी सिंह जी, इन्हां ने कर कमलां दे नाल जिमें जिमें गुरु गोबिंद सिंह महाराज जी ने अपनी रचना तो शब्द बाणी दे बोलने ते इन्हां ने उन्हां शब्दां नूं अंकित करना, क्योंकि धीर मलियां दे कोल बीड़ सतगुरु ने जदों मंगी ते उन्हां ने ताना ये मारिया सी जे वाकिया ये 10 गुरुआं दी जोत ने ते गुरुआं ने बाणी नूं उच्चारण कीता है ते ये आप खुद इस बाणी नूं क्यों नहीं लिखवा लैंदे। उस दमदमा साहब की धरती ते 2 तंबू लाए गए। एक तंबू दे अंदर भाई मनी सिंह ते बाबा दीप सिंह जी बैठे आ, एक तंबू दे अंदर 10वें पिता गुरु गोबिंद सिंह महाराज जी बैठे आ। एक एक अखर गुरु गोबिंद सिंह महाराज जबानी बोल के सारा गुरु ग्रंथ साहब उदों लिखवांदे। एक एक अखर अपनी रचना तो बोलिया, दोबारा ये जबानी बोलिया होया गुरु ग्रंथ साहिब महाराज जी का छापा इन्हां 2 गुरसिखां ने छापिया। बाणी दियां पोथियां लिखियां। बाबा दीप सिंह वो ते अपनी ड्यूटी अपनी सेवा दमदमा साहब निभाउण लग पे। भाई मनी सिंह वो दोबारा फिर वापस इस दरबार साहब की धरती ते आके सेवा नूं निभाउण लग जाते। सतगुरु गुरु गोबिंद सिंह महाराज ज्योति जोत समांदे आ।
ਬਾਬਾ ਬੰਦਾ ਸਿੰਘ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ ਜਾਂਦਾ ਹੈ। ਉਹ ਮੁਗਲਾਂ ਦਾ ਖਾਤਮਾ ਕਰਦੇ ਨੇ, ਉਹਨਾਂ ਨੂੰ ਸੋਧਾ ਲਾਉਂਦੇ ਨੇ, ਸਜ਼ਾਵਾਂ ਦਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਪਰਿਵਾਰ ਜਾਂ ਗੁਰੂ ਦੇ ਸਿੱਖਾਂ ਦਾ ਬੁਰਾ ਕੀਤਾ। ਜਦੋਂ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਹੋਈ 1716 ਈਸਵੀ ਨੂੰ, ਬਾਬਾ ਬੰਦਾ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਇਸ ਬਾਬਾ ਬੰਦਾ ਸਿੰਘ ਦੇ ਨਾਲ ਜਿਹੜੇ ਸਿੱਖ ਤੁਰੇ ਉਹਨਾਂ ਆਪਣਾ ਇੱਕ ਵੱਖਰਾ ਪੰਥ ਬਣਾਇਆ, ਬੰਦਈ ਖਾਲਸਾ ਉਹਦਾ ਨਾਂ ਰੱਖਿਆ। ਫਤਿਹ ਦਰਸ਼ਨ ਉਸ ਇਹਨਾਂ ਪੰਥ ਦਾ ਨਾਰਾ ਬਣਾਇਆ ਤੇ ਬਾਬਾ ਬੰਦਾ ਸਿੰਘ ਨੂੰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ 11ਵਾਂ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ 12ਵਾਂ ਗੁਰੂ ਬਾਬਾ ਬੰਦਾ ਸਿੰਘ ਜੀ ਮੰਨਣ ਲੱਗ ਪਏ ਕਿ ਸਾਡੇ ਇਹ ਗੁਰੂ ਨੇ। ਇਹ ਦਰਬਾਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਉੱਥੇ ਦੋ ਜਥੇ ਪਹੁੰਚੇ, ਇੱਕ ਤਤ ਖਾਲਸਾ ਜਿਨ੍ਹਾਂ ਦਾ ਨਾਰਾ ਸੀ ਵਾਹਿਗੁਰੂ ਜੀ ਕੀ ਫਤਿਹ, ਇੱਕ ਬੰਦਈ ਖਾਲਸਾ ਜਿਨ੍ਹਾਂ ਦਾ ਹੋਕਾ ਤੇ ਨਾਰਾ ਸੀ ਫਤਿਹ ਦਰਸ਼ਨ। ਬਾਬਾ ਬੰਦਾ ਸਿੰਘ ਨੂੰ 12ਵਾਂ ਗੁਰੂ ਇਹ ਮੰਨਣ ਵਾਲੇ ਉੱਥੇ ਜਾ ਕੇ ਇਹਨਾਂ ਦੋਵਾਂ ਧਿਰਾਂ ਦਾ ਆਪਸ ਦੇ ਅੰਦਰ ਰੌਲਾ ਸ਼ੁਰੂ ਹੋਇਆ। ਤਤ ਖਾਲਸਾ ਵਾਲੇ ਕਹਿੰਦੇ ਨੇ ਸਾਡਾ ਇੱਥੇ ਪ੍ਰਬੰਧ ਹੋਵੇ ਤੇ ਬੰਦਈ ਖਾਲਸੇ ਵਾਲੇ ਕਹਿੰਦੇ ਨੇ ਨਹੀਂ, ਸਾਡੇ ਗੁਰੂ ਨੇ ਇਸ ਘਰ ਦੇ ਲਈ ਬਹੁਤ ਕੁਝ ਕੀਤਾ ਹੈ ਤੇ ਸਾਡੇ ਗੁਰੂ ਦਾ ਇਸ ਘਰ ਦੇ ਅੰਦਰ ਸ਼ਹੀਦੀ ਦਾ ਯੋਗਦਾਨ ਹੈ। ਇੱਥੋਂ ਦਾ ਜਿੰਨਾ ਵੀ ਪ੍ਰਬੰਧ ਹੈ ਇਹ ਸਾਡੇ ਹੱਥ ਵਿੱਚ ਦਿੱਤਾ ਗਿਆ। ਉੱਥੇ ਕਹਿੰਦੇ ਨੇ ਕਾਫੀ ਦਿਨ ਇਹ ਰੌਲਾ ਆਪਸ ਦੇ ਅੰਦਰ ਚੱਲਦਾ ਰਿਹਾ, ਕਿਸੇ ਪਾਸੇ ਗੱਲ ਲੱਗੇ ਨਾ। ਬੰਦਈ ਵਾਲੇ ਕਹਿੰਦੇ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਏ, ਚਾਬੀਆਂ ਦਿੱਤੀਆਂ ਜਾਣ। ਤਤ ਵਾਲੇ ਕਹਿੰਦੇ ਨੇ ਸਾਡੇ ਕੋਲ ਜ਼ਿੰਮੇਵਾਰੀ ਆਏ। ਮਾਤਾ ਸੁੰਦਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਨੇ। ਭਾਈ ਮਨੀ ਸਿੰਘ ਜੀ ਨੂੰ ਗ੍ਰੰਥੀ ਦੀ ਪਦਵੀ ਇਸੇ ਮਾਤਾ ਸੁੰਦਰ ਕੌਰ ਨੇ ਦਿੱਤੀ, ਸੌਂਪੀ ਤੇ ਇਸ ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਦੀ ਸੇਵਾ, ਗ੍ਰੰਥ ਦੀ ਸੇਵਾ ਭਾਈ ਮਨੀ ਸਿੰਘ ਜੀ ਨਿਭਾਉਣ ਲੱਗ ਪਏ। ਹੁਣ ਜਦੋਂ ਕਿਸੇ ਪਾਸੇ ਕੋਈ ਗੱਲ ਨਾ ਲੱਗੀ ਤੇ ਮਾਤਾ ਨੇ ਭਾਈ ਮਨੀ ਸਿੰਘ ਨੂੰ ਕਿਹਾ ਤੁਸੀਂ ਇਹਨਾਂ ਦਾ ਕੋਈ ਸਮਝੌਤਾ ਕਰੋ। ਇਹਨਾਂ ਦੋਵਾਂ ਧਿਰਾਂ ਨੂੰ ਭਾਈ ਮਨੀ ਸਿੰਘ ਨੇ ਇਕੱਠਿਆਂ ਕੀਤਾ। ਉਹ ਕਹਿੰਦੇ ਨੇ ਤੁਸੀਂ ਲੜੋ ਨਾ, ਅਸੀਂ ਗੁਰੂ ਕੋਲੋਂ ਤੁਹਾਡਾ ਇਹ ਫੈਸਲਾ ਕਰਾ ਦਿੰਦੇ ਆ। ਉਹ ਕਹਿੰਦੇ ਨੇ ਉਹ ਕਿਵੇਂ? ਕਹਿੰਦੇ ਉਹ ਜ਼ਿੰਮੇਵਾਰੀ ਸਾਰੀ ਮੇਰੀ ਰਹੀ। ਕਹਿੰਦੇ ਨੇ ਦੋ ਪਰਚੀਆਂ ਦੇ ਉੱਤੇ ਇੱਕ ਤੇ ਫਤਿਹ ਦਰਸ਼ਨ, ਇੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਸਰੋਵਰ ਦੇ ਪਾਣੀ ਦੇ ਅੰਦਰ ਉਹ ਦੋ ਪਰਚੀਆਂ ਨੂੰ ਡੁਬੋਇਆ ਗਿਆ। ਹੁਣ ਕਈ ਵਾਰ ਮਨ ਦੇ ਅੰਦਰ ਇਹ ਵੀ ਸ਼ੰਕਾ ਆਏਗਾ, ਜਦੋਂ ਕਾਗਜ਼ ਪਾਣੀ ਦੇ ਅੰਦਰ ਡੋਬਿਆ ਜਾਂਦਾ ਹੈ ਕਾਗਜ਼ ਗਲ ਜਾਂਦਾ ਹੈ, ਪਰ ਗੁਰਮੁਖੋ ਨਹੀਂ। ਕੁਝ ਕਾਗਜ਼ ਇਹੋ ਜਿਹੇ ਨੇ ਜਿਹੜੇ ਪਾਣੀ ਦੀ ਮਿਲਾਵਟ ਦੇ ਨਾਲ ਬਣਾਏ ਜਾਂਦੇ ਨੇ, ਉਹ ਸਦੀਆਂ ਤੱਕ ਜੇ ਪਾਣੀ ਦੇ ਅੰਦਰ ਰੱਖੇ ਜਾਣ ਤੇ ਉਹ ਕਾਗਜ਼ ਗਲਦੇ ਨੇ। ਕਾਫੀ ਹੱਥ ਲਿਖਤ ਬੀੜਾਂ, ਪੁਰਾਤਨ ਬੀੜਾਂ ਉਸੇ ਕਾਗਜ਼ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਣਾਈਆਂ ਗਈਆਂ। ਉਹ ਇਹੋ ਜਿਹੇ ਕਾਗਜ਼ ਬਹੁਤ ਜਿਹੜੇ ਪਾਣੀ ਦੇ ਅੰਦਰ ਰੱਖੋ ਉਹ ਡੁੱਬਦੇ ਨੇ। ਹੁਣ ਜਦੋਂ ਦੋ ਪਰਚੀਆਂ ਦੇ ਉੱਤੇ ਫਤਿਹ ਦਰਸ਼ਨ ਤੇ ਇੱਕ ਤੇ ਤਤ ਖਾਲਸੇ ਵਾਲਿਆਂ ਨਾਰਾ ਲਿਖ ਕੇ ਸਰੋਵਰ ਦੇ ਅੰਦਰ ਡੁਬੋ ਦਿੱਤੀਆਂ ਗਈਆਂ ਤੇ ਇਹ ਫੈਸਲਾ ਹੁਣੇ ਜਿਹਦੀ ਪਰਚੀ ਤਰ ਕੇ ਪਹਿਲਾਂ ਉੱਤੇ ਆਏਗੀ ਉਹਦੇ ਹੱਥ ਵਿੱਚ ਪ੍ਰਬੰਧ ਹੋਏਗਾ। ਉਹ ਕਹਿੰਦੇ ਨੇ ਸਾਰੇ ਉੱਤੇ ਖਲੋਤੇ ਤੇ ਵਹਿੰਦੇ ਨੇ, ਕੋਈ ਵੀ ਪਰਚੀ ਉਸ ਸਰੋਵਰ ਦੇ ਪਾਣੀ ਦੇ ਉੱਤੇ ਤਰ ਕੇ ਨਹੀਂ ਆਈ। ਉਹ ਪੁੱਛਣ ਲੱਗ ਪਏ ਇੱਕ ਦੂਜੇ ਨੂੰ, ਪਰਚੀਆਂ ਡੁੱਬ ਗਈਆਂ, ਤੁਸੀਂ ਇਹਨਾਂ ਦੇ ਵਿੱਚੋਂ ਕੀ ਲੱਭਦੇ ਹੋ? ਭਾਈ ਮਨੀ ਸਿੰਘ ਜੀ ਕਹਿੰਦੇ ਤੁਸੀਂ ਹੌਸਲਾ ਰੱਖੋ, ਅਸੀਂ ਇਹ ਫੈਸਲਾ ਗੁਰੂ ਤੇ ਪਾਇਆ ਤੇ ਗੁਰੂ ਕਰੇਗਾ। ਗਲ ਦੇ ਅੰਦਰ ਪਾ ਕੇ ਹਜੂਰੀਆ ਹੱਥ ਜੋੜ ਕੇ ਭਾਈ ਮਨੀ ਸਿੰਘ ਨੇ ਉੱਥੇ ਅਰਦਾਸ ਕੀਤੀ, ਸਤਿਗੁਰੂ ਤੇਰੇ ਇਸ ਘਰ ਦਾ ਪ੍ਰਬੰਧ ਕਿਹਦੇ ਹੱਥ ਵਿੱਚ ਰਵੇ, ਤੁਸੀਂ ਉਹ ਪਰਚੀ ਫੈਸਲੇ ਦੇ ਤੌਰ ਤੇ ਤਾਰ ਕੇ ਉੱਤੇ ਭੇਜ ਦਵੋ ਤਾਂ ਕਿ ਇਹਨਾਂ ਦਾ ਆਪਸੀ ਪਿਆ ਹੋਇਆ ਝਗੜਾ ਵਾਦ ਵਿਵਾਦ ਜਿਹੜਾ ਉਹ ਖਤਮ ਹੋ ਜਾਏ। ਕਹਿੰਦੇ ਨੇ ਅਰਦਾਸ ਜਦੋਂ ਸੰਪੂਰਨ ਹੋਈ, ਇੱਕ ਪਰਚੀ ਤਰ ਕੇ ਸਰੋਵਰ ਦੇ ਪਾਣੀ ਦੇ ਉੱਤੇ ਆਈ।
उस परची नूं जदों खोल के पढ़िया गया, वो तत खालसा वालियां दे हक विच सी। भाई मनी सिंह जी कहने गुरु का फैसला एवे, प्रबंध इन्हां दे हाथ में दिता गया। जिहड़ा बंदई खालसा का आगू अमर सिंह सी ना, वो फिर भड़क उठिया, कहंदा असीं नहीं मानते इस चीज़ नूं, सानू नहीं यकीन इत्थे कुश्ती होवे, घोल होवे, उन्हां दा पहलवान भी आवे ते साडा आवे, जिहदी जित होएगी ਉਹਦੇ हथ दे अंदर ये प्रबंध आएगा। उत्ते कुश्ती का खाड़ा तैयार किया गया। बंदई खालसे वालों पहलवान संगत सिंह भेजा गया, तत खालसे का मेहर सिंह भेजा गया। उस खाड़े दे अंदर किन्ने घोल होया ते कुश्ती हुई, ते जिहदे विचों तत खालसे वाला पहलवान जित गया। ते भाई मनी सिंह जी कहने हुण कोई नहीं बोलेगा। अमर सिंह फिर भुड़क उठिया, कहता नहीं मैं नहीं मानता इस चीज नूं। भाई मनी सिंह ने पकड़ के सोधा लाया ते मार मुकाया, तू ही कला इस पंथ दे अंदर पवाड़े दी जड़, उस जड़ नूं वड्डिया जाए, बाकी सब कुछ सुक जाएगा। तत खालसे दे हाथ विच प्रबंध दिता गया। हुण पंथ खालसे नूं जदों इस भीड़ा दे अंदर दूर दूर रहना पिया, ते भाई मनी सिंह ने एक विਉਂਤਬੰਦੀ बनाई। 1734 ईस्वी नूं दिवाली का समा नेड़े पिया आउंदा। इस दिवाली का समागम दरबार साहब की धरती ते कीता जाए, ते सारे सिखां नूं इत्थे आउण दे लई बेनती कीती जाए, सारे इकत्र होण ते इकट्ठे होण, आपस दे अंदर प्यार वधे, ते किन्ने कु असी गिनती दे अंदर सिख हां, इस गल का भी इत्थे नितारा होवे। पर डर ये भी सिखां दे इकट्ठ नूं वेख के मुगलों ने हमला कर देना ते उन्हां मार मुकाना। भाई शुबेग सिंह जिहदी सरकारे दरबारे बहुत नेड़त है, ये नवाबी भी लेके आया सी सिखां दे अंदर उदों जदों इस लाहौर तो भेजी गई, ते सरदार कपूर सिंह दे सिर उत्ते इस नवाबी दी दस्तार बनी गई, ते साडा पहला नवाब रहा है इस पंथ खालसा दे अंदर सरदार कपूर सिंह जी। सरदार शबेग सिंह नूं भाई मनी सिंह जी मिलते ने, तुहाडी नेड़ता है इस जकरिया खान नाल, ते साडी उहदे नाल गलबात कराओ। असी अपना ये प्रोग्राम दिवाली का दरबार साहब मनाना चाहुंदे हां, ते उन्हां वल्लों कोई भी नुकसान ना इत्थे कीता जाए। जकरिया खान ने जदों ये गलबात की, वो कहंदे ठीक है सानू कोई इतराज नहीं, पर साडे इस खजाने दे अंदर सरकारी खजाना है, उस खजाने दे अंदर 10,000 रुपया तुहाडे वल्लों पाया जाएगा, इस गल दा तुसीं प्रण करो। भाई मनी सिंह जी कहने असी दवांगे, पर दवांगे उदों जदों ये दिवाली का समागम प्रोग्राम असी मना लवांगे। हुण ये गल मता तय होया, ते भाई मनी सिंह ने चिट्ठियां लिखियां पंथ खालसा, जिथे जिथे भी तुसी बैठे हो आओ, ये प्रोग्राम असी दिवाली का इस दरबार साहब दे अंदर मनाने। आपस दे अंदर बड़ा चाह ते उत्साह प्रेम वधिया कि अज पंथ खालसे ने इकट्ठियां होना है। उधर पंथ खालसा आउण दीयां तैयारियां करदा है, इधर दिवाली का ये समागम प्रोग्राम नेड़े पिया आउंदा है। उधर जकरिया खान दे कन अंदर किसी ने एक गल पा दी, बादशाह कले कले सिख नूं लभ के मारन की बजाय कट्ठियां सिखां दे उत्ते हमला किया जाए। इन्हां सारियां ने दिवाली दे प्रोग्राम ते शामिल होना है, ते इन्हां दे मन विचों ये डर हुण खत्म है। तुसां ने हमला नहीं करना, क्योंकि तुहाडे नाल समझौता होया 10,000 रुपये का। इस गल वल्लों ये बिल्कुल बेफिक्र ने। ये जदों सारे इकट्ठे इस दरबार साहब होण ते कट्ठियां दे उत्ते हमला करके सारियां नूं इक्को दम मार दिता जाए। कलियां कलियां नूं किथे असी लभांगे ते किथे मारांगे। हुण ये उड़दी हुई गल भाई मनी सिंह जी दे कोल आई। उधर जकरिया खान ने लखपत राय दी सैना नूं तैयार भी कर लिया। वो टुकड़ियां बना के इस दरबार साहब दी
कुछ दूरी ते छौणियां पा के बह भी गए। जदों सारे इकट्ठे होणगे ते असीं हमला करांगे। हुण इस गल दा भाई मनी सिंह नूं पहिलां पता लग गया, इस दिवाली उत्ते सिखां दे इकट्ठे होण तो इन्ना भारी नुकसान होना है ते कल मेरे ते ये सारा गिला आएगा कि इनू पता नहीं सी कि ये कुछ ये होने। इन्ना एडा भारी नुकसान इस दरबार साहब दे अंदर करवाया। भाई मनी सिंह दी उथे फिर सियाणप ने काम ये कीता, चिट्ठियां फिर दोबारा लिख के सिखां नूं भेजियां गईयां, तुसीं इत्थे आउणा नहीं, क्योंकि जिस बादशाह दे नाल समझौता होया है वो अपने असूलों तो डिग गया है ते ओदी नीति ओदे अंदर दी खोट सिखां नूं नुकसान करन वाली है। ते जिथे भी तुसी बैठे हो उथे बैठे रहो। इन्हां चिट्ठियां नूं पढ़ के तुसी दरबार साहब कोई भी आउण दी किरपा ना करो। ये चिट्ठियां दोबारा फिर पहुंचियां, जिन्हां दे कोल गईयां वो रुक गए ते जिन्हां नूं ये चिट्ठियां नहीं सन मिलियां वो सारे एकत्र हो के इस दरबार साहब दे अंदर आ पहुंचे। इस दिवाली दा दिन मनाया गया, पर संगत यादी इकट्ठी ना होने करके लखू वर्गे लखपत राय वर्गियां ने हमला ना किया ते जकरिया खान दे कोल ये सुनेहा कलिया, तुहाडी ये चाल जिहड़ी है ये कामयाब नहीं हुई। वो कहंदा है इस मनी सिंह नूं फिर तुसी गिरफ्तार करो। दरबार साहब तो भाई मनी सिंह जी नूं गिरफ्तार किया गया। भाई गुलजार सिंह, भाई भूपत सिंह नाल होर कुछ पतवंते ते उगे सिख गिरफ्तार किए गए। लाहौर की धरती के उत्ते इन्हां सारियां नूं लिजाया गया ते जकरिया खां वालों भाई मनी सिंह दे नाल फिर उत्थे गलबात ये हुई, तुसां किया सी इस समागम तो बाद असी 10,000 रुपया शाही खजाने दे अंदर जमा करावांगे ते तुसां ने अपना प्रोग्राम कर लिया ते हुण अपने बचनां ते पहरा देंदे आ 10,000 रुपया तुसी इस खजाने में जमा कराओ। भाई मनी सिंह ने कहा सी जकरिया खां, जे तू अपने असूलों ते अड़िया रहिंदा, अपनी जबान ते कायम रहिंदा ते असी भी अपनी जबान ते कायम रहना सी। पहला तू फिरे, क्योंकि तेरी नीति तेरी चाल सिखां नूं मारन दी ते सिखां नूं खत्म करन दी है। ना असी वो प्रोग्राम चंगी तरह मना सके ते ना असी तेरे खजाने विच वो पैसा जमा कराना। असी क्यों कराइए? पहल तू कीती है, मुकरिया तू है, क्योंकि ओदी ते नीति केवल ये सी, इन्हां नूं खत्म कीता जाए, इन्हां नूं मारिया जाए। भाई मनी सिंह दियां अखां दे सामने जेड़े सिख गिरफ्तार किए उन्हां सिखां नूं शहीद करना शुरू कर दिता। सब तो पहला भाई गुलजार सिंह नूं अगे लियांदा गया। भाई गुलजार सिंह दे पैरां वल्लों रस्सा बन के पुठिया टंगिया गया ते खुरपी दे नाल पैर दे नौ तो लैके सिर दी चोटी तक उतली खलड़ी दा मास है वो खुरच खुरच के लाया गया। जिहड़ा असी पढ़दे ना पुठियां खल्लां लाइयां गईयां, वो पुठी खल एवे भाई गुलजार सिंह उन्हां दे पैर दे नौ तो लैके सिर दी चोटी तक खुरच खुरच के उतली खल नूं लाया गया। कदे अपने ते ये गल टुका के वेखो, जदों साडा नौ दे कोलों कोई मास उतां होया होवे ना ते असी उस मास नूं खिच लईए ते किन्नी दर्द ते पीड़ा होंदी है। वो किन्ना वड्डा सहन अंदर आपने दर्द कर गया। पुठी खल लवा के भाई गुलजार सिंह शहादत दे जाम पी गए। भाई भूपत सिंह ओनू सामने खिलारिया गया ते हाथ दे अंदर ले के एक लम्मा शुरा जां असी सुआ कह लीए, जिउंदे बंदे दियां अखां दे अंदर वो सुए दे वार कीते गए। इस भाई भूपत सिंह दियां अखां विच ते उसे शुरे नाल भाई भूपत सिंह दे शरीर ते वार करके इन्हां नूं मौत दे घाट उतारिया ते साडे धर्म दे अंदर वो शहादत दा जाम पी गए। इसे तरह बाकी सिखां दे नाल कीता गया। वारी आई भाई मनी सिंह जी दी
ਤੇ ਇਹ ਗੱਲ ਫਿਰ ਦੁਬਾਰਾ ਦੁਹਰਾਈ ਗਈ। ਆਪਣੀਆਂ ਅੱਖਾਂ ਦੇ ਸਾਹਮਣੇ ਤੁਸਾਂ ਨੇ ਵੇਖਿਆ ਸਭ ਕੁਝ। ਹਜੇ ਵੀ ਮੌਕਾ ਤੇ ਸਮੇਂ, ਤੁਸੀਂ ਆਪਣੇ ਬਚਨਾਂ ਤੇ ਆ ਜਾਓ। ਖਜ਼ਾਨੇ ਦੇ ਅੰਦਰ 10,000 ਰੁਪਈਆ ਜਮ੍ਹਾਂ ਕਰਾਓ, ਤੁਹਾਡੀ ਜਾਨ ਬਖਸ਼ੀ ਜਾਏਗੀ। ਜੇ ਸਿੱਖਾਂ ਦੇ ਨਾਲ ਆ ਹਸ਼ਰ ਹੋਇਆ, ਆਪਣੇ ਅੰਦਰ ਸੋਚੋ ਤੁਹਾਡਾ ਅਸੀਂ ਕੀ ਹਾਲ ਕਰਾਂਗੇ। ਭਾਈ ਮਨੀ ਸਿੰਘ ਜੀ ਕਹਿੰਦੇ ਆ, ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਇਹ ਤੁਹਾਡੇ ਨਾਲ ਸਮਝੌਤਾ ਕਰਾਂਗਾ। ਜੇ ਉਹ ਨਹੀਂ ਨਾ ਡੋਲੇ ਤੇ ਮੈਂ ਵੀ ਆਪਣੇ ਗੁਰੂ ਦਾ ਲਾਲ ਤੇ ਗੁਰੂ ਦਾ ਸਿੱਖ ਹਾਂ। ਮੈਨੂੰ ਆਪਣੇ ਇਸ ਤਨ ਦੀ ਪਰਵਾਹ ਨਹੀਂ। ਤਨ ਦੇ ਟੁਕੜੇ ਹੋ ਜਾਣ, ਤਨ ਛਲੀ ਛਲੀ ਹੋ ਜਾਏ, ਮੈਂ ਆਪਣੇ ਗੁਰੂ ਦੇ ਸਿਧਾਂਤ ਤੇ ਬਚਨਾਂ ਤੇ ਪਹਿਰਾ ਦੇਵਾਂਗਾ। ਤੇ ਇਹ ਫਤਵਾ ਜਾਰੀ ਕੀਤਾ ਗਿਆ, ਇਸ ਭਾਈ ਮਨੀ ਸਿੰਘ ਜੀ ਦੇ ਸਰੀਰ ਦੇ ਬੰਦ ਕੱਟੇ ਜਾਣ। ਬੰਦ ਕੱਟਣ ਦਾ ਮਤਲਬ ਹੁੰਦਾ ਜਿੱਥੇ ਸਾਡੇ ਸਰੀਰ ਦਾ ਅੰਗ ਮੁੜਦਾ ਹੈ। ਜਿਵੇਂ ਉਂਗਲ ਦੇ 3 ਪੋਟੇ ਨੇ ਤੇ ਉਂਗਲ ਦੇ 3 ਟੁਕੜੇ ਕੀਤੇ ਜਾਣੇ ਨੇ। ਹੱਥ ਦੇ 15 ਟੁਕੜੇ ਹੋਣੇ ਨੇ ਤੇ 16ਵਾਂ ਵਾਰ ਹੋਣਾ ਸਾਡੇ ਗੁੱਟ ਦੇ ਉੱਤੇ। ਇਹਨੂੰ ਕਿਹਾ ਜਾਂਦਾ ਬੰਦ ਕੱਟੇ ਜਾਣੇ। ਭਾਈ ਮਨੀ ਸਿੰਘ ਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ, ਸਰੀਰ ਦੇ ਬੰਦ ਕੱਟਣ ਦਾ ਸਾਨੂੰ ਹੁਕਮ ਸੁਣਾਇਆ ਗਿਆ ਹੈ, ਤੇ ਸਿੱਖ ਦੇ ਕੋਲ ਇੱਕੋ ਤਾਕਤ ਹੈ, ਆਪਣੇ ਗੁਰੂ ਦੇ ਚਰਨਾਂ ਦੇ ਅੰਦਰ ਫਿਰ ਉਦੋਂ ਉਹ ਅਰਦਾਸ ਕਰਦਾ। ਦਾਸ ਨੇ ਉੱਥੇ 4 ਸਤਰਾਂ ਫਿਰ ਲਿਖੀਆਂ। ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ, ਸਾਰੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਅੰਦਰ ਫਿਰ ਅਰਦਾਸ ਕਰਦੇ। ਜਦੋਂ ਹੁਕਮ ਹੋਇਆ ਸਰੀਰ ਇਹਨਾਂ ਦੇ ਬੰਦ ਕੱਟੋ, ਅਰਦਾਸ ਗੁਰੂ ਅੱਗੇ ਮਨੀ ਸਿੰਘ ਫਰਮਾਉਣ ਲੱਗਾ, ਅਡੋਲਤਾ ਬਖਸ਼ੀ ਸਤਿਗੁਰੂ ਮੇਰਿਆ ਤੋਂ, ਮੈਂ ਅੱਜ ਹੁਕਮ ਤੇਰੇ ਨੂੰ ਕਮਾਉਣ ਲੱਗਾ। ਹੱਥ ਤੁਹਾਡਾ ਹੋਵੇ ਸਿਰ ਉਤੇ, ਮਨ ਡੋਲੇ ਨਾ। ਪ੍ਰੇਮ ਦੀ ਖੇਡ ਖੇਡਣ ਦਾ ਵੱਲ ਮੈਂ ਸਿਖਾਉਣ ਲੱਗਾ। ਪਰਖ ਹੁੰਦੀ ਆਈ ਅੱਜ ਤੱਕ ਧਰਮੀਆਂ ਦੀ, ਇਸੇ ਪਰਖ ਦਾ ਪਰਚਾ ਮੇਰੇ ਤੇ ਆਉਣ ਲੱਗਾ। ਬੰਦ ਕਟਾ ਕੇ ਸਰੀਰ ਦੇ ਬੰਧਨਾਂ ਤੋਂ ਮੁਕਤ ਹੋਵਾਂ, ਸਾਥੀ ਆਤਮਾ ਨੂੰ ਘੁੰਮਣ ਘੇਰੀਆਂ ਤੋਂ ਛਡਾਉਣ ਲੱਗਾ। ਬਖਸ਼ੀ ਥਾਂ ਚਰਨਾਂ ਵਿੱਚ ਮਾਲਕਾ ਤੂੰ, ਮੈਂ ਜੀਵਨ ਦੀ ਬਾਜੀ ਜਿੱਤ ਕੇ ਆਉਣ ਲੱਗਾ। ਭਾਈ ਮਨੀ ਸਿੰਘ ਅਰਦਾਸ ਕਰਦੇ ਨੇ, ਦਾਤਾ ਮੈਂ ਆਪਣੇ ਸਰੀਰ ਦੇ ਬੰਦ ਕਟਾਵਾਂ, ਆਪਣੀ ਆਤਮਾ ਨੂੰ ਬੰਧਨਾਂ ਤੋਂ ਮੁਕਤ ਕਰਾਂ। ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਜੇ, ਮੇਰਾ ਮਨ ਡੋਲੇ ਨਾ, ਘਬਰਾਏ ਨਾ। ਤੇ ਜੋ ਕੁਝ ਮੇਰੀ ਇਸ ਸਰੀਰ ਦੇ ਨਾਲ ਅਖੀਰਲਾ ਫੈਸਲਾ ਕੀਤਾ ਗਿਆ ਹੈ, ਤੇ ਮੈਂ ਆਪਣਾ ਉਹ ਫੈਸਲਾ ਪੂਰਨ ਤੌਰ ਤੇ ਨਿਭਾ ਜਾਵਾਂ। ਜਦੋਂ ਸਿਰ ਉੱਤੇ ਗੁਰੂ ਦਾ ਹੱਥ ਹੋਵੇ ਨਾ, ਆਪਣੀ ਰਸਨਾ ਤੋਂ ਬੋਲ ਕੇ ਸਿੱਖ ਜੋ ਕੁਝ ਗੁਰੂ ਕੋਲੋਂ ਮੰਗਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਉਹ ਸਾਰਾ ਕੁਝ ਉਹਦੀ ਝੋਲੀ ਵਿੱਚ ਪਾ ਕੇ ਨਿਵਾਜ ਦਿੰਦਾ। ਅਸੀਂ ਬਾਣੀ ਅੰਦਰ ਇੱਕ ਸ਼ਬਦ ਪੜ੍ਹਨੇ ਆ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਠਾਕ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੇ, ਦਿਆਲ ਪੁਰਖ ਬਖਸ਼ੰਦ। ਤੇ ਅਖੀਰ ਤੇ ਫਿਰ ਬੋਲਨੇ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਅਰਦਾਸ ਭਾਈ ਮਨੀ ਸਿੰਘ ਨੇ ਕੀਤੀ। ਅਕਾਲ ਪੁਰਖ ਪਰਮਾਤਮਾ ਦੇ ਘਰ ਅੰਦਰ ਉਹ ਅਰਦਾਸ ਸੁਣੀ ਗਈ। ਲੱਕੜ ਦਾ ਵੱਡਾ ਸਾਰਾ ਮੂੜਾ ਭਾਈ ਮਨੀ ਸਿੰਘ ਦੇ ਅੱਗੇ ਰੱਖਿਆ ਗਿਆ। ਚੌਂਕੜਾ ਲਾ ਕੇ ਉਹ ਗੁਰੂ ਦਾ ਲਾਲ ਉਸ ਮੂੜੇ ਨੂੰ ਆਪਣੇ ਅੱਗੇ ਰੱਖ ਕੇ ਬਹਿ ਗਿਆ। ਇੱਕ ਤਿੱਖਾ ਕਲਪਾ ਹੱਥ ਦੇ ਅੰਦਰ ਪਕੜਿਆ ਜਲਾਦ ਨੇ। ਭਾਈ ਮਨੀ ਸਿੰਘ ਦੇ ਨਾਲ ਉਹ ਵੀ ਸੱਜੇ ਪਾਸੇ ਬੈਠਾ। ਆਪਣਾ ਹੱਥ ਰੱਖੋ ਅੱਗੇ, ਕਿਉਂਕਿ ਕੁਰਬਾਨ ਜਾਈਏ ਉਹਦੇ ਤੋਂ ਜਿਨੇ ਬੰਦ ਕਟਵਾਣੇ ਨੇ, ਪਰ ਘੱਟ ਉਹ ਵੀ ਨਹੀਂ ਜਿਨੇ ਜਿਉਂਦੇ ਬੰਦੇ ਦੇ ਸਰੀਰ ਦੇ ਬੰਦ ਕੱਟਨੇ ਨੇ। ਹੌਸਲਾ ਕਿੱਡਾ ਵੱਡਾ ਚਾਹੀਦਾ। ਜਿਉਂਦੇ ਬੰਦੇ ਦੇ ਸਰੀਰ ਦੇ ਟੁਕੜੇ ਕਰਨੇ ਆਮ ਬੰਦਾ ਨਹੀਂ ਕਰ ਸਕਦਾ। ਉਹ ਵੀ ਅੰਦਰ ਇੱਕ ਹੌਸਲਾ ਚਾਹੀਦਾ ਹੈ। ਕੁਰਬਾਨ ਹੈ ਉਹਦੇ ਤੋਂ ਜਿਨੇ ਬੰਦ ਕੱਟਨੇ ਨੇ, ਤੇ ਕੁਰਬਾਨ ਜਾਈਏ ਉਹਦੇ ਤੋਂ ਜਿਨੇ ਬੰਦ ਕਟਾਣੇ ਨੇ।
हुण भाई मनी सिंह उस लकड़ के मूढ़े उत्ते अपना हथ रखदे आ ते ओ कलपा अपने हथ दे अंदर लैंदा है ते ओदे वल वेख के भाई मनी सिंह ने फिर दो कु गल्लां ओनू कहियां। जदों पहला वार होण लगा शरीर उत्ते मनी सिंह आखिया दूता सुनी तो शस्त्र अपने नू कर लै तिखी धार वांगो टुकड़े करके शरीर दे जावी गिणी तो रख हौसला मन विच वार करदा जावी मैं गम नहीं कोई चेहरे ते लियावांगा तू भी हुक्म मन्नी मालक अपने दा मैं भी हुक्म मालक अपने दा कमावांगा। अपने अंदर धीरज रखी किते डोल ना जाई क्योंकि मैं अपने अंदर कोई गम खोप नहीं लियाना। तेनू हुक्म होया बंद बंद कट्टण दा ते मेरे मालक ने मैनू हुक्म कीता बंद बंद कटाउण दा। तू भी हुक्म विच अटल रही ते मैं भी हुक्म विच अटल रवांगा। अगे हाथ रखिया गया। पहली उंगल भाई मनी सिंह ने उस लकड़ के मूढ़े ते रखी। पहला वार होया ते उंगल का एक टोटा इस शरीर दे नालों भाई मनी सिंह जी का लहदा होया। दूजा वार होया दूजा पोटा वड्डिया गया। तीजा वार होया तीजा पोटा वड्डिया गया। तीन वार होए एक उंगल के तीन टुकड़े होए। कदे मन अंदर लिया के वेखिए इन्हां गल्लां नूं। हुण जिहदे शरीर दे बंद बंद कट्टे जांदे आ ओदी सुरत किते टिकी होएगी वो किस शब्द दे नाल जुड़िया होएगा। अगे उंगलां भाई मनी सिंह करी जांदे ने ते जलाद उंगलां दे टोटे टोटे करी जांदे ने जिवें कोई आम लकड़ नूं वड्डिया जा रिहा। चेहरे उत्ते कोई गम नहीं कोई सी नहीं कोई हाय नहीं। वो किथे अंदर दी आत्मा ते किथे अंदर दी सुरत टिकी होएगी। शरीर के टुकड़े किए जा रहे हैं। भाई मनी सिंह अपनी रसना तो बाणी का पाठ करी जा रहे हैं। जपजी साहब की बाणी का पाठ करी जा रहे हैं। वाहिगुरू वाहिगुरू का मंत्र अपनी रसना तो करी जा रहे हैं। सुरत अपनी चेतन शक्ति अकाल पुरख परमात्मा के चरणों नाल जोड़ीए। शरीर के टुकड़े होंदे ने पै सिख नूं कोई खौफ नहीं। एक एक वार करदे आ भाई मनी सिंह जी के शरीर के सारे टुकड़े टुकड़े करके ते भाई मनी सिंह जी को शहीद किया गया। लाहौर की धरती ते शहादत के जाम पी गए। निखास चौक अज भी ये लाहौर का किला है। उस किले के कोल इन्हां शहीदां दा शहीद गंज बनिया। भाई भूपत सिंह भाई गुलजार सिंह भाई मनी सिंह जी नाल प्यारे वो सिख जिन्हां ने 1734 ईस्वी नूं इस लाहौर के अंदर शहादत का जाम पीता। सिੱਖੀ सिद्धांत नूं उन्हां ने कायम रखिया। गुरु के बचनां ते पहरा दिता। गुरु की गल ते अपने आप नूं अडोल रखिया। 90 साल की उम्र शहादत का जाम पी के भाई मनी सिंह सदीवी काल दे लई गुरु चरनां विच समा गए। क्योंकि असीं कहने बजुर्गी आ गई है हुण जीवन किवें दा हुण ते टाइम पास नहीं। गुरमुखो रब वाले पासे तुरीए। पता नहीं रब ने बजुर्गी दे अंदर ही बांह पकड़ लैनी है ते अपने चरणों के अंदर थां दे देनी है। जिन्हों बाबा फरीद साहब जी कने फरीदा काली धौली साहिब सदा है। जे को चित करे अपना लाया पिरम ना लगई। अपना उद्यम अपना हीला बंदा करे ते गुरु नाल चित नहीं जुड़दा। अपना लाया पिरम ना लगी जे लोचे सब कोए ए पिरम प्याला खसम का जय भावे तै दे। अज उस भाई मनी सिंह जी की शहादत नूं मनाउंदे आ। आप समुचियां संगतां इकत्र हो के बैठे हो। कोटान कोटान प्रणाम है अज उन्हां शहीदां नूं जिन्हां ने गुरु के सिद्धांत ते पहरा देंदियां शहादत के जाम पीते। आप संगतां ने हाजरियां भरियां ने। सब दे चले कदम लेखे। नाम दियां दातां तिल फुल भेटावां सतगुरु अपने दर प्रवान कर